ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच। मैं हाँ तरनजीत कौर घुम्मण हासिल च लैके तुहाडा अपना प्रोग्राम हुण तक कैनेडियन इमीग्रेशन विच की नवीं अपडेशनस आईयां ने, की नवीं तब्दीलियां आईयां ने, सारे तुहाडे नाल रूबरू करांगे। ਤੁਹਾਡਾ ਕੋਈ ਸਵਾਲ ਹੈ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ, ਤੁਸੀਂ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਅੱਜ ਹੈ ਜੀ ਟਿਊਜ਼ਡੇ ਤੇ 3 ਵੱਜ ਚੁੱਕੇ ਨੇ ਟੋਰਾਂਟੋ ਸਮੇਂ ਦੇ ਮੁਤਾਬਿਕ। ਸੋ ਕੋਈ ਵੀ ਤੁਹਾਡਾ ਸਵਾਲ ਹੈ ਸਾਨੂੰ ਕਾਲ ਕਰ ਸਕਦੇ ਹੋ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ। ਜਿਹੜੇ ਮੁੱਦਿਆਂ ਉੱਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਇੱਕ ਤਾਂ ਜੇਕਰ ਤੁਸੀਂ ਕੈਨੇਡਾ ਵਿੱਚੋਂ ਤੁਹਾਡਾ ਸਟੇਟਸ ਇਸ ਵਕਤ ਐਕਸਪਾਇਰ ਹੋਣ ਵਾਲਾ, ਤੁਸੀਂ ਵਿਜ਼ਟਰ ਵੀਜ਼ਾ ਤੇ ਹੋ, ਟੂਰਿਸਟ ਵੀਜ਼ਾ ਤੇ ਹੋ, ਸਟੱਡੀ ਵੀਜ਼ਾ ਤੇ ਹੋ, ਕਿਸੇ ਵੀ ਪ੍ਰਕਾਰ ਦੇ ਵੀਜ਼ਾ ਤੇ ਹੈਗੇ ਹੋ ਤੇ ਤੁਹਾਡਾ ਵੀਜ਼ਾ ਇਸ ਵਕਤ ਐਕਸਪਾਇਰ ਹੋਣ ਵਾਲਾ ਹੈ। ਸੋ ਕੈਨੇਡਾ ਸਰਕਾਰ ਨੇ ਤੁਹਾਨੂੰ ਇੱਕ ਸੁਨਹਿਰੀ ਮੌਕਾ ਦਿੱਤਾ। ਕੀ ਹੈ ਉਹ ਸੁਨਹਿਰੀ ਮੌਕਾ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਲ ਦੀ ਨਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦਾ ਪੋਸਟ ਗ੍ਰੈਡ ਵਰਕ ਪਰਮਿਟ ਸਰਕਾਰ ਨੇ ਰੀਨਿਊ ਕਰਨ ਦੇ ਲਈ ਜਿਹੜਾ ਅੱਗੇ ਤੁਹਾਨੂੰ ਸਮਾਂ ਦਿੱਤਾ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਸੋ ਇਹਨਾਂ ਮੁੱਦਿਆਂ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਸਵਾਗਤ ਹੈ ਸਰ। ਬਹੁਤ ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ। ਪੈਂਡੈਮਿਕ ਅਸੀਂ ਦੇਖ ਰਹੇ ਹਾਂ ਸੈਕੰਡ ਵੇਵ ਸ਼ੁਰੂ ਹੋ ਚੁੱਕੀ ਹੈ, ਪਰ ਸਰਕਾਰ ਨਾਲ ਦੀ ਨਾਲ ਸਾਰੇ ਸੈਕਟਰਸ ਦੇ ਵਿੱਚ ਕੰਮ ਵੀ ਪੂਰਾ ਕਰ ਰਹੀ ਹੈ। ਸੋ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹ ਵੀ ਨਾਲ ਦੀ ਨਾਲ ਅਪਡੇਸ਼ਨਸ ਦੇ ਰਹੇ ਨੇ। 10 ਅਪਡੇਸ਼ਨ ਜੋ ਬੀਤੇ ਦਿਨਾਂ ਵਿੱਚ ਸਾਹਮਣੇ ਆਈ ਸੀ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਸਟੂਡੈਂਟਸ ਤੋਂ ਸ਼ੁਰੂਆਤ ਕਰਦੇ ਹਾਂ ਕਿ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦਾ ਪੋਸਟ ਗ੍ਰੈਡ ਵਰਕ ਪਰਮਿਟ ਜਿਹੜਾ ਹੁਣ ਉਹ ਰੀਨਿਊ ਕਰਵਾ ਸਕਦੇ ਨੇ। ਬਿਲਕੁਲ ਜੀ। ਤੋ ਇਹਦੇ ਬਾਰੇ ਅਸੀਂ ਜਾਣਕਾਰੀ ਚਾਹਾਂਗੇ ਕਿ ਕੌਣ ਇਹਦੇ ਲਈ ਐਲੀਜੀਬਲ ਹੋ ਸਕਦਾ ਤੇ ਕਿਵੇਂ ਇਸ ਨੂੰ ਕੀਤਾ ਜਾ ਸਕਦਾ। ਬਿਲਕੁਲ ਤਰਨ, ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਸੈਕਸ਼ਨ 25(1) ਦੇ ਥੱਲੇ ਇਹ ਅਧਿਕਾਰ ਹੈਗਾ, ਸਪੈਸ਼ਲ ਅਧਿਕਾਰ ਹੈ ਕਿ ਉਹ ਜਿਹੜੀ ਆਪਦੇ ਪਬਲਿਕ ਪਾਲਿਸੀ ਬਣਾ ਸਕਦੇ ਆ ਜਿਹੜੀ ਕਿ ਪਬਲਿਕ ਦੇ ਹੱਕ ਦੇ ਵਿੱਚ ਹੋਵੇ। ਉਹਨਾਂ ਕੋਲੇ ਸਪੈਸ਼ਲ ਅਧਿਕਾਰ ਨੇ ਉਹਦੇ ਉੱਤੇ ਨਵੀਂ ਪਬਲਿਕ ਪਾਲਿਸੀ ਬਣਾਉਣ ਲਈ। ਉਹ ਪਬਲਿਕ ਪਾਲਿਸੀ ਬਣਾਉਣ ਦੇ ਲਈ ਉਹਨਾਂ ਨੇ ਸਮੇਂ-ਸਮੇਂ 'ਤੇ ਜਦੋਂ ਵੀ ਕੋਈ ਕਲੈਮਿਟੀ ਆਉਂਦਾ ਹੈਗਾ ਜਾਂ ਵਕਤ ਦੀ ਜ਼ਰੂਰਤ ਹੁੰਦੀ ਹੈ, ਉਹ ਆਪਣੇ ਸਪੈਸ਼ਲ ਅਧਿਕਾਰ ਦੀ ਵਰਤੋਂ ਜਿਹੜੀ ਕਰਦੇ ਹੈਗੇ ਆ ਜੀ। ਸੋ ਪਿਛਲੇ ਸਮੇਂ ਦੇ ਵਿੱਚੋਂ ਆਪਾਂ ਬਹੁਤ ਸਾਰੇ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨ ਪ੍ਰੋਗਰਾਮਸ ਦੇ ਉੱਤੇ ਵੀ ਇਹ ਗੱਲ ਸੁਣੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਖਾਸ ਕਰਕੇ ਜਿਨ੍ਹਾਂ ਕੋਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਅਤੇ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਹੈ ਅਤੇ ਉਹ ਤੋਂ ਬਾਅਦ ਉਹ ਐਕਸਟੈਂਡ ਨਹੀਂ ਹੋ ਪਾਇਆ ਅਤੇ ਕਈਆਂ ਨੂੰ ਪੈਂਡੇਮਿਕ ਦੇ ਦੌਰਾਨ ਜੋਬਸ ਨਹੀਂ ਮਿਲੀਆਂ। ਸੋ ਫਿਰ ਉਹਦੇ ਲਈ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਪੈ ਰਿਹਾ ਹੈਗਾ। ਸੋ ਉਸ ਚੀਜ਼ ਨੂੰ ਖਿਆਲ 'ਚ ਰੱਖਦੇ ਹੋਏ ਇਹ ਪਬਲਿਕ ਪਾਲਿਸੀ ਜਿਹੜੀ ਬਣਾਈ ਗਈ ਹੈਗੀ ਹੈ। ਇਹ ਪਬਲਿਕ ਪਾਲਿਸੀ ਦੇ ਮੁਤਾਬਕ ਜੇ ਕਿਸੇ ਦਾ ਵੀ ਜਿਹੜਾ ਵਰਕ ਪਰਮਿਟ ਹੈ ਉਹ 30 ਜਨਵਰੀ ਪੋਸਟ ਗ੍ਰੈਜੂਏਟ ਵਰਕ ਜਿਹੜਾ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਮਿਲਦਾ, ਉਹ ਵਰਕ ਪਰਮਿਟ 30 ਜਨਵਰੀ 2020 ਤੋਂ ਬਾਅਦ ਜੇ ਐਕਸਪਾਇਰ ਹੋ ਰਿਹਾ ਤਾਂ ਉਹਨਾਂ ਨੂੰ ਵਾਧੂ 18 ਮਹੀਨੇ ਦਾ ਯਾਨੀ 1.5 ਸਾਲ ਦਾ ਵਰਕ ਪਰਮਿਟ ਆ ਜਿਹੜਾ ਹੋਰ ਮਿਲ ਸਕਦਾ ਹੈਗਾ। ਸੋ ਜਿਹੜੇ ਵੀ ਇੰਡੀਵਿਜੂਅਲ 30 ਜਨਵਰੀ 2020 ਤੋਂ ਬਾਅਦ ਉਹਨਾਂ ਦਾ ਪਰਮਿਟ ਜਾਂ ਉਸ ਦਿਨ ਜਾਂ ਉਸ ਤੋਂ ਬਾਅਦ ਐਕਸਪਾਇਰ ਹੋ ਰਿਹਾ, ਉਹ ਹੁਣ 27 ਜਨਵਰੀ ਤੋਂ ਲੈ ਕੇ 27 ਜੁਲਾਈ ਦੇ ਵਿਚਾਲੇ ਆਪਣੀ ਅਰਜ਼ੀ ਦਾਖਲ ਕਰ ਸਕਣਗੇ। ਉਹਨਾਂ ਦੇ ਉੱਤੇ ਜਿਹੜੀ ਕੰਡੀਸ਼ਨਸ ਨੇ ਉਹ ਇਹਨੇ ਜੀ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਕੈਨੇਡਾ ਦੇ ਅੰਦਰ ਹੋਣੇ ਚਾਹੀਦੇ ਹੋ। ਉਹ ਲੋਕਾਂ 'ਤੇ ਲਾਗੂ ਨਹੀਂ ਹੋਊਗਾ ਜਿਹੜੇ ਕਿ ਆਪਣਾ ਪਰਮਿਟ ਐਕਸਪਾਇਰ ਹੋਣ ਤੋਂ ਬਾਅਦ ਕੈਨੇਡਾ ਛੱਡ ਕੇ ਵਾਪਸ ਜਾ ਚੁੱਕੇ ਹੈਗੇ ਨੇ, ਉਹਨਾਂ 'ਤੇ ਲਾਗੂ ਨਹੀਂ ਹੋਊਗਾ। ਤੁਸੀਂ ਕੈਨੇਡਾ 'ਚ ਹੋਣੇ ਜ਼ਰੂਰੀ ਹੈਗੇ ਹੋ। ਦੂਜੀ ਹੈ ਜਿਹੜਾ ਤੁਹਾਡਾ ਸਟੇਟਸ ਹੈ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ ਜਾਂ ਰਿਸਟੋਰੇਬਲ ਹੋਣਾ ਚਾਹੀਦਾ, ਮਤਲਬ ਕਿ ਰਿਸਟੋਰ ਕਰਨ ਦੀ ਉਹ 'ਚ ਕਪੈਸਿਟੀ ਹੋਣੀ ਚਾਹੀਦੀ ਹੈ, ਤੁਸੀਂ ਇਲੀਗਲ ਨਹੀਂ ਹੋਣੇ ਚਾਹੀਦੇ। ਅਤੇ ਤੀਜਾ ਜਿਹੜਾ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਉਹ ਘੱਟੋ ਘੱਟ 4 ਮਹੀਨੇ ਰਹਿੰਦਾ ਹੋਵੇ। ਜੋ 4 ਮਹੀਨੇ ਤੋਂ ਘੱਟ ਰਹਿੰਦਾ ਤਾਂ ਲਾ ਸਕੋਗੇ, ਜੋ 4 ਮਹੀਨੇ ਤੋਂ ਵੱਧ ਹੈ ਫਿਰ ਉਹ ਤੁਸੀਂ ਆਪਣੀ ਅਰਜ਼ੀ ਹੈ ਇਸ ਦਾ ਫਾਇਦਾ ਨਹੀਂ ਲੈ ਸਕੋਗੇ। ਇਹ 27 ਜਨਵਰੀ ਤੋਂ ਲੈ ਕੇ 27 ਜੁਲਾਈ ਦੇ ਵਿਚਾਲੇ ਅਰਜ਼ੀਆਂ ਕੀਤੀਆਂ ਜਾ ਸਕਦੀਆਂ ਨੇ। ਹੁਣ ਇੱਥੇ ਨਾਲ ਇਹ ਵੀ ਸਵਾਲ ਆਉਂਦਾ ਹੈ ਕਿ ਜਿਹੜੇ ਬੰਦੇ ਦਾ 30 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋਇਆ ਜੀ, ਹੁਣ ਤੱਕ ਤਾਂ ਉਹ ਲੀਗਲ ਕਿਵੇਂ ਕਿਹੜੇ ਤਰੀਕੇ ਨਾਲ ਉਹ ਲੀਗਲ ਰਹਿ ਸਕਦਾ ਹੈਗਾ। ਤਾਂ ਉਹਦੇ ਲਈ ਵੀ ਇੱਕ ਵੱਖਰੀ ਪਬਲਿਕ ਪਾਲਿਸੀ ਹੈ ਜਿਹੜੀ ਹੋਰ ਇੱਕ ਬਣਾਈ ਗਈ ਹੈ। ਉਹ ਜਿਹੜੀ ਪਬਲਿਕ ਪਾਲਿਸੀ ਹੈਗੀ ਹੈ ਉਹ ਪਬਲਿਕ ਪਾਲਿਸੀ ਸਟੂਡੈਂਟਸ ਤੇ ਵਰਕਰਸ ਤੇ ਵਿਜ਼ਿਟਰ ਤੇ ਸਾਰਿਆਂ ਤੇ ਉਹ ਪਬਲਿਕ ਪਾਲਿਸੀ ਲਾਗੂ ਹੁੰਦੀ ਹੈ। ਉਹ ਪਬਲਿਕ ਪਾਲਿਸੀ ਦੇ ਮੁਤਾਬਕ ਜੇ ਤੁਹਾਡਾ ਵਿਜ਼ਿਟਰ ਪਰਮਿਟ, ਸਟੱਡੀ ਪਰਮਿਟ ਜਾਂ ਵਰਕ ਪਰਮਿਟ 30 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋ ਰਿਹਾ ਤਾਂ ਤੁਹਾਡੇ ਕੋਲੇ 31 ਮਈ 2021 ਤੱਕ ਦਾ ਟਾਈਮ ਹੈ ਉਹਨੂੰ ਰਿਸਟੋਰ ਕਰਾਉਣ ਦਾ। ਮਤਲਬ ਕਿ ਇਹ ਸਮੇਂ ਦੌਰਾਨ ਤੁਹਾਡੇ ਸਟੇਟਸ ਨੂੰ ਇਲੀਗਲ ਨਹੀਂ ਮੰਨਿਆ ਜਾਊਗਾ।
ਤੇ ਤੁਸੀਂ ਇਹ ਆਪਣੀ ਅਰਜ਼ੀ ਹੈ ਜਿਹੜੀ 31 ਅਗਸਤ ਤੋਂ ਪਹਿਲਾਂ ਕਰ ਸਕਦੇ ਹੋ, ਪਰ ਇਸ ਸਮੇਂ ਦੌਰਾਨ ਕੀ ਤੁਹਾਡਾ ਸਟੇਟਸ ਹੈ ਜਿਹੜਾ ਉਹ ਬਰਕਰਾਰ ਮੰਨਿਆ ਜਾਏਗਾ ਜੀ। ਹੁਣ ਜਿਹੜੇ ਵੀ ਇੰਡੀਵਿਜੂਅਲ ਕੋਈ ਪੁਰਾਣੇ ਸਮੇਂ 'ਚ ਆਇਆ ਤੇ ਉਹ ਤੋਂ ਬਾਅਦ ਉਹ 30 ਜਨਵਰੀ ਤੋਂ ਬਾਅਦ ਆਪਣਾ ਸਟੇਟਸ ਰਿਸਟੋਰ ਨਹੀਂ ਕਰਾ ਸਕਿਆ, 30 ਜਨਵਰੀ 2020, 30 ਜਨਵਰੀ 2021 ਨਹੀਂ 20, ਤਾਂ ਟੈਕਨੀਕਲੀ ਤੁਹਾਨੂੰ 1.5 ਸਾਲ ਦਾ ਸਮਾਂ ਜਿਹੜਾ ਉਹ ਮਿਲ ਗਿਆ ਹੋਇਆ ਬਿਨਾਂ ਸਟੇਟਸ ਦੇ ਰਹਿਣ ਨੂੰ। ਉਹਦੇ ਵਿੱਚ ਵੀ ਜਿਹੜੀਆਂ ਰਿਕੁਆਇਰਮੈਂਟ ਨੇ ਉਹ ਇਸੇ ਕਰਕੇ ਕੀਤੀਆਂ ਗਈਆਂ ਨੇ ਕਿਉਂਕਿ ਵਕਤ ਕਿੰਨੇ ਵਾਰੀ ਰਿਪੀਟਡਲੀ ਜਿਹੜੇ ਲੋਕਡਾਊਨ, ਸਟੇ ਇਨ ਹੋਮ ਆਰਡਰ ਜਾਂ ਫਿਰ ਤੁਸੀਂ ਬਾਹਰ ਨਹੀਂ ਜਾ ਸਕਦੇ ਹੈਗੇ, ਐਸੈਂਸ਼ੀਅਲ ਸਰਵਿਸਿਜ਼ ਲਈ ਜਾ ਸਕਦੇ ਹੋ, ਉਹ ਆਰਡਰਸ ਸਮੇਂ-ਸਮੇਂ ਸਿਰ ਆਉਂਦੇ ਰਹੇ ਨੇ। ਉਹ ਆਰਡਰਸ ਆਉਣ ਕਰਕੇ ਹੀ ਜਿਹੜਾ ਇਹ ਮੌਕਾ ਦਿੱਤਾ ਗਿਆ ਕਿਉਂਕਿ ਤਰਨ ਟੈਕਨੀਕਲੀ ਲਿਟੀਗੇਸ਼ਨ ਹੋ ਸਕਦੀ ਹੈ। ਕੋਈ ਬੰਦਾ ਕੋਰਟ 'ਚ ਜਾ ਕੇ ਕਹਿ ਸਕਦਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਸਕਦੀ ਹੈ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਤੇ ਦੂਜੇ ਪਾਸੇ ਸਾਨੂੰ ਤੁਸੀਂ ਕਹਿ ਰਹੇ ਹੋ ਆਪਣਾ ਸਟੇਟਸ ਤੁਸੀਂ ਬਹਾਲ ਕਰਾਓ। ਸੋ ਉਸੇ ਚੀਜ਼ ਨੂੰ ਸਾਹਮਣੇ ਰੱਖ ਕੇ ਇਹਦੇ ਤੇ ਇਹ ਵਿਚਾਰ ਹੈ ਜਿਹੜੀ ਉਹ ਕੀਤੀ ਗਈ ਹੈ ਜੀ। ਬਿਲਕੁਲ ਸਰ, ਜਿਹੜੇ ਇਸ ਵਕਤ ਸਟੇਟਸ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜੇ ਸਟੂਡੈਂਟਸ ਇਸ ਵਕਤ ਆਊਟ ਆਫ ਕੈਨੇਡਾ ਨੇ ਜਾਂ ਆਪਣੀਆਂ ਹੋਮ ਕੰਟਰੀਜ਼ 'ਚ ਗਏ ਹੋਏ ਆ, ਕੀ ਉਹ ਉੱਥੇ ਬੈਠੇ ਇਸ ਲਈ ਅਪਲਾਈ ਕਰ ਸਕਦੇ? ਮੈਂ ਇਹਦੇ ਬਾਰੇ ਸਵਾਲ ਪੁੱਛੋ, ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਮਦ ਬੋਲ ਰਿਹਾ ਟੋਰਾਂਟੋ ਤੋਂ। ਜੀ ਸਰ। ਹਾਂਜੀ, ਮੇਰੀ ਖੈਰ ਸਾਹਿਬ ਇੱਕ क्वेश्चन है जी कि जो विजिटर्स अगर इंडिया तो मेरे को कजन आना चाहते हैं उन्होंने उनके वीज़ा ਦੇ ਐਪਲੀਕੇਸ਼ਨ ਲੈਣ ਲੱਗ ਗਏ ਨੇ ਜੀ। ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਜੀ ਜ਼ਰੂਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ ਸਰ। ਐਪਲੀਕੇਸ਼ਨਸ ਤਾਂ 9 ਜੁਲਾਈ 2020 ਤੋਂ ਹੀ ਲੈਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਸੋ 9 ਜੁਲਾਈ ਤੱਕ ਜਿਹੜੀਆਂ ਉਹ ਅਰਜ਼ੀਆਂ ਬੰਦ ਸੀ। 9 ਜੁਲਾਈ ਤੋਂ ਬਾਅਦ ਹਰ ਕਿਸਮ ਦੀ ਜਿਹੜੀ ਅਰਜ਼ੀ ਆ ਉਹ ਲਈ ਜਾ ਰਹੀ ਹੈਗੀ, ਸੋ ਇਨਟੇਕ ਹੋ ਰਹੀ ਹੈ। ਵੀਜ਼ਾ ਜੇ ਉਹਨਾਂ ਕੋਲ ਹੈਗਾ ਵੀ ਤਾਂ ਵੀ ਟਰੈਵਲ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਤੇ ਸਮੇਂ-ਸਮੇਂ ਸਿਰ ਜਿਹੜੀ ਛੋਟ ਹੈ ਉਹ ਦਿੱਤੀ ਗਈ ਹੈ, ਐਗਜ਼ੈਂਪਟ ਕੀਤਾ ਗਿਆ। ਹੁਣ ਜਿਵੇਂ ਉਹਨਾਂ ਨੇ ਕਿਹਾ ਕਿ ਮੇਰਾ ਕਜ਼ਨ ਹੈਗਾ ਉਹ ਆਉਣਾ ਚਾਹੁੰਦੇ ਆ, ਤਾਂ ਜੇ ਤਾਂ ਉਹਨਾਂ ਕੋਲ ਵੀਜ਼ਾ ਹੈਗਾ ਤਾਂ ਉਹਨਾਂ ਨੂੰ ਐਗਜ਼ੈਂਪਸ਼ਨ ਲੈਣੀ ਪੈਣੀ ਹੈ। ਕਜ਼ਨ ਹੈ ਜਿਹੜਾ ਉਹ ਐਕਸਟੈਂਡਡ ਫੈਮਿਲੀ ਹੈਗਾ, ਐਕਸਟੈਂਡਡ ਫੈਮਿਲੀ ਮੈਂਬਰ ਹੈ, ਉਹਦੇ ਵਿੱਚੋਂ ਉਹਨੂੰ 2 ਕਿਸਮ ਦੀ ਇਜਾਜ਼ਤ ਲੈਣੀ ਪੈਣੀ ਹੈ ਜੇ ਉਹਦੇ ਕੋਲ ਵੀਜ਼ਾ ਹੈਗਾ ਸਭ ਤੋਂ ਪਹਿਲਾਂ। ਜੇ ਵੀਜ਼ਾ ਨਹੀਂ ਤਾਂ ਸਭ ਤੋਂ ਪਹਿਲਾਂ ਉਹਨੇ ਅਰਜ਼ੀ ਦਾਖਲ ਕਰਨੀ ਹੈ। ਜੇ ਵੀਜ਼ਾ ਮਿਲੂਗਾ ਫਿਰ ਟਰੈਵਲ ਰਿਸਟ੍ਰਿਕਸ਼ਨ ਨੂੰ ਓਵਰਕਮ ਨੂੰ 2 ਇਜਾਜ਼ਤ ਲੈਣੀਆਂ ਨੇ। ਪਹਿਲੀ ਇਜਾਜ਼ਤ ਹੈ ਪਬਲਿਕ ਹੈਲਥ ਮਹਿਕਮੇ ਤੋਂ ਲੈਣੀ ਹੈ। ਪਬਲਿਕ ਹੈਲਥ ਮਹਿਕਮੇ ਨੇ ਦੇਖਣਾ ਕਿ ਕਿਉਂ ਉਹਨਾਂ ਦਾ ਇੱਥੇ ਆਉਣਾ ਜ਼ਰੂਰੀ ਹੈਗਾ, ਉਹ ਕਿੰਨੀਆਂ ਸਰਕਮਸਟੈਂਸਸ ਹੋ ਸਕਦੀਆਂ ਨੇ। ਕਿਸੇ ਦਾ ਫਿਊਨਰਲ ਹੈਗਾ, ਕਿਸੇ ਨੂੰ ਹੈਲਥ ਰਿਲੇਟਡ ਕੋਈ ਇਸ਼ੂ ਹੈ, ਕੋਈ ਬੰਦਾ ਟਰੈਵਲ ਨਹੀਂ ਕਰ ਸਕਦਾ, ਉਹ ਕਿੰਨੇ ਮੁੱਦੇ ਨੇ ਜਿਨ੍ਹਾਂ ਤੇ ਉਹ ਐਗਜ਼ੈਂਪਸ਼ਨ ਮਿਲ ਸਕਦੀ ਹੈਗੀ ਹੈ। ਪਬਲਿਕ ਹੈਲਥ ਦੀ ਇਜਾਜ਼ਤ ਲੈਣ ਤੋਂ ਬਾਅਦ ਫਿਰ ਉਹਨਾਂ ਨੇ ਇਮੀਗ੍ਰੇਸ਼ਨ ਮਹਿਕਮੇ ਤੋਂ ਵੀ ਟਰੈਵਲ ਐਗਜ਼ੈਂਪਸ਼ਨ ਦੀ ਇਜਾਜ਼ਤ ਲੈਣੀ ਹੈ। ਇਹ 2 ਇਜਾਜ਼ਤ ਲੈਣ ਤੋਂ ਬਾਅਦ ਉਹ ਟਰੈਵਲ ਕਰ ਸਕਦੇ ਨੇ। ਪਰ ਜੇ ਉਹ ਮੀਅਰਲੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਨੇ, ਹਾਂਜੀ ਉਹ ਪਿਛਲੇ ਸਾਲ ਦਾ ਹੀ ਖੁੱਲ੍ਹਾ, ਉਹ ਕਦੇ ਵੀ ਕਰ ਸਕਦੇ ਹੈ। ਮਤਲਬ ਤੁਹਾਡਾ ਵਿਜ਼ਿਟ ਪਰਪਸ ਜਾਣਨਾ ਚਾਹੇਗਾ ਕਿ ਉਹ ਵਿਜ਼ਿਟ ਕਰਨਾ ਚਾਹੁੰਦੇ। ਬਿਲਕੁਲ ਜੀ। ਇੱਕ ਵਾਰ ਗੱਲ ਕਰਾਂਗੇ ਕਿ ਦਰਸ਼ਕ ਕੋਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਅਸੀਂ ਕੈਨੇਡਾ ਤੋਂ ਹੀ ਬੋਲਦੇ ਹਾਂ, ਬਰੈਂਪਟਨ ਜੀ। ਦੱਸੋ ਜੀ, ਕੀ ਸਵਾਲ ਹੈ? ਸਾਡਾ ਸਵਾਲ ਇਹ ਆ ਵੀ ਮੇਰੀ ਬੇਟੀ ਆਈ ਹੋਈ ਆ, ਉਹ ਪੁੱਤ ਨੇ ਮੰਗਾਈ ਸੀਗੀ। ਹਾਂ, ਉਹਦਾ ਅਸੀਂ ਵੀਜ਼ਾ, ਉਹਦਾ ਵਰਕ ਪਰਮਿਟ ਲੈਣ ਨੂੰ ਕਹਿੰਦੇ ਆ ਤੇ ਕਿਉਂਕਿ ਉਹਦੇ ਬੇਟੇ ਦਾ ਤਲਾਕ ਹੋ ਗਿਆ, ਮਾਂ ਪੁੱਤ ਹੀ ਹੈ ਇੱਥੇ। ਬੇਟਾ ਠੀਕ ਨਹੀਂ ਰਹਿੰਦਾ, ਉਹਦੀ ਦਵਾਈ ਚੱਲਦੀ ਹੈ ਦਿਮਾਗ ਦੀ। ਹਾਂਜੀ, ਉਹਨੂੰ ਜਿਹੜਾ ਸਨ ਹੈਗਾ ਉਹਨੂੰ ਕੀ ਤਕਲੀਫ ਹੈ ਜੀ? ਉਹਨਾਂ ਦੇ ਬੇਟੇ ਨੂੰ ਜੀ ਕੀ ਪ੍ਰੋਬਲਮ ਕੀ ਹੈ ਉਹਨਾਂ ਦੇ ਬੇਟੇ ਨੂੰ? ਉਹਦੇ ਬੇਟੇ ਨੂੰ ਬਸ ਉਹ ਕੀ ਕਹਿੰਦੇ ਆਪਾਂ ਟੈਨਸ਼ਨ ਨੂੰ ਬਈ ਕਮਲੇ ਨੂੰ ਬਈ ਪਿਛਲੇ ਸਾਲ ਚ ਵੀ ਉਹਨੇ 2 ਮਹੀਨੇ ਲਾਇਆ, ਹੁਣ ਫੇਰ 11ਵੇਂ ਮਹੀਨੇ ਦਾ ਘਰੇ ਹੀ ਬੈਠਾ ਵਾ ਤੇ ਐਂ ਕਰਕੇ ਅਸੀਂ ਉਹਦਾ ਪਰਮਿਟ ਅਪਲਾਈ ਕਰਨ ਨੂੰ ਕਹਿੰਦੇ ਆ, ਕਿਵੇਂ ਹੋ ਸਕਦਾ? ਹਾਂਜੀ, ਕੀ ਉਹ ਜਿਹੜਾ ਉਹਨਾਂ ਦਾ ਬੇਟਾ ਹੈਗਾ ਕੀ ਉਸ ਨੂੰ ਇਹ ਜ਼ਰੂਰਤ ਹੈ ਕਿ ਉਹਦੀ ਮਾਂ ਉਹਦੀ ਸੰਭਾਲ ਲਈ ਇੱਥੇ ਰਹੇ? ਹਾਂਜੀ, ਫਿਰ ਉਹ ਜ਼ਰੂਰ ਉਹਨੂੰ ਓਪਨ ਵਰਕ ਪਰਮਿਟ ਮਿਲ ਸਕਦਾ ਹੈਗਾ ਜੀ, ਕਿਉਂਕਿ ਉਹ ਆਇਆ ਨਾ ਫਿਰ ਉਹ ਦੇਖਿਓ ਪਰ 11ਵੇਂ ਮਹੀਨੇ ਤੋਂ ਲਾ ਕੇ ਬੈਠਾ ਸੀਗਾ, 2 ਮਹੀਨੇ ਚਲਿਆ ਗਿਆ, ਹੁਣ ਫੇਰ 11ਵੇਂ ਮਹੀਨੇ ਦਾ ਹੀ ਫੇਰ ਬੈਠਾ ਘਰੇ। ਹਾਂਜੀ, ਤੁਸੀਂ ਉਹਨਾਂ ਨੂੰ ਸਾਡੇ ਹਾਂਜੀ ਜ਼ਰੂਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸਰ ਇੱਕ ਕਾਲਰ ਹੋਰ ਜੁੜ ਗਏ ਨੇ ਜੀ, ਜ਼ਰੂਰ ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ। ਆਪਾਂ ਇਹਨਾਂ ਦਾ ਪਹਿਲਾਂ ਜਵਾਬ ਦੇ ਦਈਏ। ਬਿਲਕੁਲ ਤਰਨ, ਇਹ ਬਹੁਤ ਅਨਫੋਰਚੂਨੇਟ ਸਰਕਮਸਟੈਂਸ ਹੈਗੀਆਂ ਤੇ ਇਹ ਅਨਫੋਰਚੂਨੇਟ ਸਰਕਮਸਟੈਂਸਸ ਹੋਣ ਕਰਕੇ ਹੀ ਉਹਨਾਂ ਨੂੰ ਇਹ ਜਿਹੜਾ ਵਰਕ ਪਰਮਿਟ ਆ ਉਹ ਮਿਲ ਸਕਦਾ ਹੈਗਾ।
ਤਾਂ ਕਿਉਂਕਿ ਸ਼ਾਇਦ ਉਹਨਾਂ ਨੂੰ ਆਪਾਂ ਨੂੰ ਸਹੀ ਲਫ਼ਜ਼ਾਂ ਦੀ ਜਿਹੜੀ ਚੋਣ ਉਹਨਾਂ ਤੋਂ ਨਹੀਂ ਹੋ ਪਾਈ ਉਹਨਾਂ ਦੀ ਕੰਡੀਸ਼ਨ ਨੂੰ ਡਿਸਕ੍ਰਾਈਬ ਕਰਨ ਲਈ। ਸੋ ਉਹਨਾਂ ਨੂੰ ਕੋਈ ਮੈਂਟਲ ਹੈਲਥ ਇਸ਼ੂ ਜਿਹੜਾ ਲੱਗਦਾ ਹੈਗਾ, ਕੋਈ ਮਾਨਸਿਕ ਬਿਮਾਰੀ ਲੱਗਦੀ ਹੈਗੀ ਆ, ਤਾਂ ਉਹਦੇ ਕਰਕੇ ਹੀ ਉਹ ਜਿਹੜਾ ਮਾਂ ਦੀ ਉੱਥੇ ਜ਼ਰੂਰਤ ਹੈਗੀ ਆ। ਅਤੇ ਇਹਨਾਂ ਕੇਸਿਸ ਦੇ ਵਿੱਚੋਂ ਕਾਨੂੰਨ ਦੇ ਵਿੱਚ ਬਹੁਤ ਜਿਹੜੀ ਖੁੱਲ੍ਹਦਿਲੀ ਦਿਖਾਈ ਗਈ ਹੈ ਹਿਊਮੈਨਿਟੇਰੀਅਨ ਕੰਪੈਸ਼ਨ ਦੇ ਉੱਤੇ, ਇਨਸਾਨੀ ਤਰਸ ਦੇ ਆਧਾਰ 'ਤੇ। ਹਾਂਜੀ, ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਮਿਲ ਸਕਦਾ ਹੈ ਅਤੇ ਉਹਨਾਂ ਨੂੰ ਕੰਮ ਦੀ ਇਜਾਜ਼ਤ ਮਿਲ ਸਕਦੀ ਹੈ ਤਾਂ ਕਿ ਉੱਥੇ ਰਹਿ ਕੇ ਆਪਦੇ ਬੇਟੇ ਦੀ ਸੰਭਾਲ ਕਰ ਸਕਣ, ਨਾਲੇ ਉਹਦੀ ਆਪਦੀ ਗੁਜ਼ਰ ਬਸਰ ਵੀ ਕਰ ਸਕਣ। ਜੀ ਜ਼ਰੂਰ ਜੀ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਖੈਰਾ ਸਾਹਿਬ ਨਾਲ ਪੁੱਛਣਾ ਸੀ ਜੀ ਆਪਣਾ ਸਵਾਲ। ਜੀ ਦੱਸੋ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਇੱਥੋਂ ਹੀ ਬੋਲਦੇ ਜੀ, ਸਰੀ ਤੋਂ ਹੀ। ਦੱਸੋ ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਆ, ਮੇਰਾ ਹੈਗਾ ਸੁਪਰ ਵੀਜ਼ਾ ਖਤਮ ਹੋ ਰਿਹਾ 3 ਜਾਂ 4 ਮਾਰਚ ਨੂੰ, ਮਤਲਬ ਖਤਮ ਹੋ ਰਿਹਾ ਜੀ। ਤੇ ਵੀ ਮੈਂ ਮਤਲਬ ਉਹ ਵਧਾਉਣਾ ਚਾਹੁੰਦੀ ਆ। ਉਹਦੇ ਲਈ ਮੈਨੂੰ ਕਿੰਨਾ ਉਹ ਜਿਹੜਾ ਇੰਸ਼ੋਰੈਂਸ ਕਰਾਉਣਾ, ਇੱਕ ਤਾਂ ਆਪਾਂ ਪਹਿਲਾਂ ਲੱਖ ਡਾਲਰ ਦਾ ਕਰਾਇਆ ਸੀ, ਵੀ ਹੁਣ ਘੱਟ ਵੱਧ ਹੋ ਸਕਦਾ ਜੀ। ਤੁਸੀਂ ਤੇ ਬਾਕੀ ਇੱਕ ਹੋਰ ਸਵਾਲ ਆ ਨਾਲ ਜੀ, ਕਿ ਕਿੰਨਾ ਚਿਰ ਅੱਗੋਂ ਅਪਲਾਈ ਕਰਨਾ ਪੈਂਦਾ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਕੁਝ ਪੁੱਛਣਾ ਤਾਂ ਨਹੀਂ? ਹਾਂ ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਨਾ ਮਦਰ ਵਿਜ਼ਿਟਰ ਵੀਜ਼ਾ ਤੇ ਆਏ ਹੋਏ ਨੇ ਕੈਨੇਡਾ ਜੀ। ਜੂਨ ਤੱਕ ਉਹਨਾਂ ਦਾ ਪਾਸਪੋਰਟ ਐਕਸਪਾਇਰ ਹੋ ਰਿਹਾ ਜੀ। ਤੇ ਫਿਰ ਪਾਸਪੋਰਟ ਇੱਥੋਂ ਰੀਨਿਊ ਕਰਵਾ ਸਕਦੇ ਜੀ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਸੈਕਿੰਡ, ਮੈਨੂੰ ਇੱਕ ਕਨਫਰਮ ਹੋਰ ਕਰਨਾ ਸੀ ਵੀ ਜਦੋਂ ਜੇ ਉਹਨਾਂ ਦਾ ਪਾਸਪੋਰਟ ਇੱਥੋਂ ਕਰਵਾ ਲੈਣੇ ਜਾਂ ਤੇ ਜਿਹੜਾ ਵੀਜ਼ਾ ਆ ਉਹਨਾਂ ਦਾ ਜਦੋਂ ਤੱਕ ਪਾਸਪੋਰਟ ਹੁੰਦਾ ਉਦੋਂ ਤੱਕ ਹੀ ਹੋਆ ਕਿ ਫਿਰ ਮੈਨੂੰ ਵੀਜ਼ਾ ਇੱਥੋਂ ਐਕਸਟੈਂਸ਼ਨ ਮਿਲ ਸਕਦੀ ਆ? ਜੀ ਜੀ ਜ਼ਰੂਰ, ਮੈਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਕੈਲਗਰੀ ਤੋਂ ਬੋਲ ਰਿਹਾ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਉਹ ਸਾਡੀ ਕੁੜੀ ਇੱਥੇ ਆਈ ਵੀ ਆ, ਉਹਦੇ ਬੱਚੇ ਦਾ ਬਰਥ ਇੱਥੇ ਹੋਇਆ ਵਾ, ਉਹ 7 ਸਾਲ ਦਾ ਹੋ ਗਿਆ ਬੱਚਾ, ਬੇਬੀ ਹੈ, ਤੇ ਉਹਦਾ ਵਰਕ ਪਰਮਿਟ ਅਪਲਾਈ ਕੀਤਾ ਹੈਗਾ। ਅਸੀਂ ਕੀਤਾ ਹੈਗਾ ਨਵੰਬਰ 11-12 ਨੂੰ। ਜੀ। ਉਹਦਾ ਕੁਛ ਆ ਨਹੀਂ ਰਿਹਾ ਕਿ ਮਤਲਬ ਉਹਦਾ ਕੋਈ ਮਤਲਬ ਕਿੰਨੇ ਕੁ ਚਿਰ ਬਾਅਦ ਕੋਈ ਵਰਕ ਪਰਮਿਟ ਮਿਲ ਸਕਦਾ ਜਾਂ ਕਿਸ ਤਰ੍ਹਾਂ ਕੀ ਹੈਗਾ, ਮਾੜਾ ਜਿਹਾ ਸਾਨੂੰ ਗਾਈਡ ਕਰੋਗੇ? ਹਾਂਜੀ, ਉਹਨਾਂ ਨੂੰ ਵਰਕ ਪਰਮਿਟ ਕਿਹੜੇ ਬੇਸਿਸ ਤੇ ਅਪਲਾਈ ਕੀਤਾ ਜੀ? ਹਾਂਜੀ, ਵਰਕ ਪਰਮਿਟ ਦਾ ਕੀ ਆਧਾਰ ਹੈਗਾ ਜੀ, ਕਿਹੜੇ ਬੇਸਿਸ ਤੇ ਅਪਲਾਈ ਕੀਤਾ? ਇੱਥੇ ਉਹ ਪਹਿਲਾਂ ਉਹਨੇ ਸਾਲ ਇੱਕ ਵਧਾ ਲਿਆ ਸੀਗਾ, ਉਹਦਾ ਐਕਸਟੈਂਸ਼ਨ ਲੈ ਲਈ ਸੀ, ਬੱਚਾ ਛੋਟਾ ਸੀਗਾ। ਸਰ, ਤੁਸੀਂ ਟੀਵੀ ਸਕਰੀਨ ਦੀ ਆਵਾਜ਼ ਨੂੰ ਪਲੀਜ਼ ਘੱਟ ਕਰਕੇ ਗੱਲ ਕਰੋ ਡਾਇਰੈਕਟਲੀ ਜੀ। ਇੱਕ ਮਿੰਟ ਜੀ, ਮੈਂ ਟੀਵੀ ਕੱਟ ਕਰ ਦਿਆਂ। ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਜਦੋਂ ਵੀ ਤੁਸੀਂ ਸਾਡੇ ਨਾਲ ਗੱਲ ਕਰੋ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਗੱਲ ਕਰੋ। ਜੀ ਸਰ, ਸਾਡੇ ਹੋਰ ਕਾਲਰਸ ਵੀ ਇਸ ਵਕਤ ਲਾਈਨ ਤੇ ਨੇ, ਆਪਣਾ ਸਵਾਲ ਰੱਖੋ। ਹੈਲੋ। ਹਾਂਜੀ ਭੈਣ ਜੀ। ਹਾਂਜੀ ਸਰ, ਤਾਂ ਤੁਸੀਂ ਕਿਹੜੇ ਆਧਾਰ ਤੇ ਵਰਕ ਪਰਮਿਟ ਅਪਲਾਈ ਕੀਤਾ ਜੀ, ਕਿਹੜੇ ਬੇਸਿਸ ਦੇ ਉੱਤੇ? ਇੱਥੇ ਰਹਿ ਰਹੇ ਸੀ, ਜਿਹਨਾਂ ਨੂੰ ਹੋ ਗਿਆ ਕੋਈ 7 ਸਾਲ ਇੱਥੇ ਰਹਿੰਦਿਆਂ ਨੂੰ, 1.5 ਸਾਲ ਤੋਂ ਉੱਪਰ ਹੋ ਗਿਆ। ਇੱਥੇ ਉਹਨਾਂ ਕੋਲ ਬਰਥ ਇੱਥੇ ਹੋਇਆ ਬੱਚੇ ਦਾ। ਹਾਂਜੀ, ਉਹ ਤੁਸੀਂ ਦੱਸ ਚੁੱਕੇ ਹੋ ਜੀ। ਹਾਂਜੀ, ਤਾਂ ਤੁਸੀਂ ਆਖਿਆ ਕਿ ਉਹਨੇ ਵਰਕ ਪਰਮਿਟ ਅਪਲਾਈ ਕੀਤਾ ਹੁਣ? ਹਾਂਜੀ, ਉਹ ਫਾਰਮਿੰਗ ਵਾਸਤੇ ਕੀਤਾ ਜੀ। ਉਹਨੂੰ LMIA ਮਿਲ ਕੇ ਕਰਿਆ ਹੈਗਾ ਜੀ? LMIA ਅਪਲਾਈ ਕੀਤੀ ਹੈ ਜੀ, ਤੇ ਉਹ ਅਜੇ ਤੱਕ ਆਇਆ ਨਹੀਂ। ਨਵੰਬਰ 11 ਨੂੰ ਕੀਤਾ ਅਪਲਾਈ, ਸਾਡਾ ਉੱਥੇ ਪਹੁੰਚੀ ਜਿਹੜੀ ਆਈ ਹੈ ਈਮੇਲ ਉਹਨਾਂ ਦੀ। LMIA ਮਿਲਣ ਤੋਂ ਬਾਅਦ ਵਰਕ ਪਰਮਿਟ ਅਪਲਾਈ ਕੀਤਾ ਹੈ ਜਾਂ ਵਰਕ ਪਰਮਿਟ ਅਪਲਾਈ ਕੀਤਾ LMIA ਹਲੇ ਆਇਆ ਨਹੀਂ ਆਇਆ ਹੈਗਾ? LMIA ਦੇ ਵਿੱਚੋਂ ਨਾਂ ਪਾ ਕੇ ਉਹਨਾਂ ਨੇ ਭੇਜਿਆ ਜੀ ਉੱਥੇ। ਜੀ ਬਿਲਕੁਲ ਸਹੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਆਪਾਂ ਜਵਾਬ ਦੇਣੇ ਸ਼ੁਰੂ ਕਰੀਏ ਜੀ। ਬਿਲਕੁਲ। ਸਰੀ ਤੋਂ ਇੱਕ ਦਿਨ ਜਿਨ੍ਹਾਂ ਦੀ ਕਾਲ ਆਈ ਸੀ ਕਿ ਸੁਪਰ ਵੀਜ਼ਾ ਉਹਨਾਂ ਦੀ ਮਦਰ ਦਾ ਮਾਰਚ ਵਿੱਚ ਐਕਸਪਾਇਰ ਹੋਣ ਵਾਲਾ ਤੇ ਵਧਾਉਣਾ ਚਾਹੀਦਾ ਆ, ਤੇ ਜੇ ਇੰਸ਼ੋਰੈਂਸ ਦੀ ਗੱਲ ਕੀਤੀ ਜਾਵੇ ਕਿੰਨੀ ਕੁ ਇੰਸ਼ੋਰੈਂਸ ਘੱਟ ਵੱਧ ਹੋ ਸਕਦੀ? ਸੋ ਕਾਲਰ ਨੇ ਸਵਾਲ ਕੀਤਾ ਸੀ ਕਿ ਉਹਨਾਂ ਦਾ ਮਾਰਚ ਦੇ ਵਿੱਚੋਂ ਜਿਹੜਾ ਸਟੇ ਹੈ ਉਹ ਐਕਸਪਾਇਰ ਹੋ ਰਿਹਾ। ਜੇ ਤਾਂ ਉਹ 2 ਸਾਲ ਦੀ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਜੀ, ਫਿਰ ਤਾਂ ਉਹਨਾਂ ਨੂੰ ਬਿਲਕੁਲ $100,000 ਦੀ ਇੰਸ਼ੋਰੈਂਸ ਹੈ ਜਿਹੜੀ ਉਹ ਲੈਣੀ ਪੈਣੀ ਹੈ। ਅਤੇ ਦੂਜਾ, ਜਿਹੜਾ ਵੀ ਉਹਨਾਂ ਦਾ ਇੱਥੇ ਚਾਈਲਡ ਜਾਂ ਗ੍ਰੈਂਡ ਚਾਈਲਡ ਹੈਗਾ, ਉਹਦੀ ਇਨਕਮ ਕ੍ਰਾਈਟੀਰੀਆ ਵੀ ਉਹਨੂੰ ਮੀਟ ਕਰਨਾ ਪੈਣਾ। ਤੋ ਜੇ ਉਹ ਚਾਹੁੰਦੇ ਆ ਕਿ ਉਹਨਾਂ ਦਾ 2 ਸਾਲ ਦਾ ਨਾ ਹੋਵੇ, ਘੱਟ ਸਮੇਂ ਦਾ ਹੋਵੇ, ਤੇ ਫਿਰ ਇੰਸ਼ੋਰੈਂਸ ਅਤੇ ਇਨਕਮ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਹੈ। ਅਤੇ ਦੂਜਾ ਉਹਨਾਂ ਨੇ ਸਵਾਲ ਕੀਤਾ ਸੀ ਕਿ ਦੂਜਾ ਹਿੱਸਾ ਸੀ ਸਵਾਲ ਦਾ ਕਿ ਉਹਨੂੰ ਕਦੋਂ ਅਪਲਾਈ ਕਰਨਾ ਚਾਹੀਦਾ।
ਉਹਦੇ ਤੇ ਆਪਾਂ ਹੁਣ ਵੀ ਗੱਲ ਕਰਦੇ ਆ ਰਹੇ ਹਾਂ ਕਿ ਜਿਹੜੀ 31 ਮਈ ਤੱਕ ਦਾ ਟਾਈਮ ਹੈਗਾ ਉਹਨਾਂ ਤੋਂ, ਉਹਨੂੰ ਜਦੋਂ ਮਰਜ਼ੀ ਉਹ ਅਪਲਾਈ ਕਰ ਸਕਦੇ ਨੇ, ਉਦੋਂ ਤੱਕ ਉਹਨਾਂ ਦਾ ਸਟੇਟਸ ਵੈਲਿਡ ਮੰਨਿਆ ਜਾਊਗਾ। ਪਰ ਉਹਦੇ ਲਈ ਉਹਨਾਂ ਨੂੰ ਜਿਹੜੀ $200 ਐਕਸਟਰਾ ਰੈਸਟੋਰੇਸ਼ਨ ਫੀ ਅਪਲਾਈ ਦੇਣੀ ਪੈਣੀ ਹੈ। ਜੇ ਉਹ ਮਾਰਚ ਤੋਂ ਪਹਿਲਾਂ ਕਰ ਦਿੰਦੇ ਨੇ ਫਿਰ ਉਹ 200 ਦੀ ਫੀ ਦੀ ਮਾਫੀ ਹੋ ਜੂਗੀ ਉਹਨਾਂ ਨੂੰ, ਪਰ ਉਹ ਕਿਸੇ ਵੀ ਟਾਈਮ ਜਿਹੜੇ ਵੀ ਦਿਨ ਉਹਨਾਂ ਦਾ ਐਕਸਪਾਇਰ ਹੋ ਰਿਹਾ ਉਹ ਤੋਂ ਪਹਿਲਾਂ ਉਹ ਅਪਲਾਈ ਜ਼ਰੂਰ ਕਰ ਦੇਣ ਜੀ। ਬਿਲਕੁਲ ਜੀ। ਨੈਕਸਟ ਕਾਲਰ ਸੀ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਦਰ ਦਾ ਵਿਜ਼ਟਰ ਵੀਜ਼ਾ ਜਿਹੜਾ ਆ ਉਹ ਜੂਨ ਜੁਲਾਈ 'ਚ ਐਕਸਪਾਇਰ ਹੋਣ ਵਾਲਾ, ਉਹਨਾਂ ਦਾ ਪਾਸਪੋਰਟ ਐਕਸਪਾਇਰ ਹੋਣ ਵਾਲਾ ਵਿਜ਼ਟਰ ਵੀਜ਼ਾ ਤੇ ਨੇ, ਕਿ ਉਹ ਇੱਥੋਂ ਰੀਨਿਊ ਕਰਵਾ ਸਕਦੇ ਨੇ, ਤੇ ਜੇ ਇੱਥੋਂ ਰੀਨਿਊ ਕਰਵਾ ਲੈਂਦੇ ਨੇ ਤਾਂ ਵੀਜ਼ਾ ਐਕਸਟੈਂਸ਼ਨ ਕਿ ਉਹਨਾਂ ਨੂੰ ਲੈਣੀ ਪਏਗੀ? ਬਿਲਕੁਲ ਤਰਨ, ਇਹ ਸਵਾਲ ਦੇ ਐਕਚੁਅਲੀ ਮਲਟੀਪਲ ਐਸਪੈਕਟਸ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਐਸਪੈਕਟ ਹੈਗਾ ਕਿ ਕੀ ਉਹਨਾਂ ਦਾ ਪਾਸਪੋਰਟ ਇੱਥੋਂ ਰੀਨਿਊ ਹੋ ਜਾਊਗਾ? ਹਾਂਜੀ, ਉਹਦਾ ਆਨਸਰ ਹੈਗਾ ਹਾਂਜੀ, ਬਿਲਕੁਲ ਉਹਨਾਂ ਦਾ ਪਾਸਪੋਰਟ ਇੱਥੋਂ ਰੀਨਿਊ ਹੋ ਜਾਊਗਾ। ਉਹਨਾਂ ਨੂੰ ਇੰਡੀਅਨ ਕਾਉਂਸਲੇਟ ਨੂੰ ਕੰਟੈਕਟ ਕਰਨਾ ਚਾਹੀਦਾ ਤੇ ਉਹਨਾਂ ਦਾ ਪਾਸਪੋਰਟ ਹੈ ਜਿਹੜਾ ਬਿਲਕੁਲ ਰੀਨਿਊ ਹੋ ਜਾਣਾ। ਉਹ ਪਾਸਪੋਰਟ ਦੇ ਰੀਨਿਊ ਹੋਣ ਨਾਲ ਹੀ ਉਹਨਾਂ ਨੂੰ ਐਕਸਟੈਂਸ਼ਨ ਮਿਲਣੀ ਹੈ। ਸੋ ਜੇ ਉਹਨਾਂ ਦਾ ਪਾਸਪੋਰਟ ਨਹੀਂ ਰੀਨਿਊ ਹੁੰਦਾ ਫਿਰ ਉਹਨੂੰ ਐਕਸਟੈਂਸ਼ਨ ਨਹੀਂ ਮਿਲੂਗੀ, ਕਿਉਂਕਿ ਪਾਸਪੋਰਟ ਦੀ ਲੈਂਥ ਤੋਂ ਵੱਧ ਉਹਨੂੰ ਜਿਹੜੀ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਦੂਜਾ ਹਿੱਸਾ ਜਿਹੜਾ ਉਹਨਾਂ ਦਾ ਸਵਾਲ ਦਾ ਹੈਗਾ ਕਿ ਉਹਨਾਂ ਨੂੰ ਵਿਜ਼ਿਟ ਵੀਜ਼ਾ ਲੈਣਾ ਪੈਣਾ, ਤਾਂ ਉਹਨਾਂ ਨੂੰ ਕਿਸੇ ਵੀਜ਼ਾ ਦੀ ਜ਼ਰੂਰਤ ਨਹੀਂ ਹੈਗੀ ਹੈ। ਜਿਹੜਾ ਵੀਜ਼ਾ ਹੈਗਾ ਉਹਦੀ ਡੈਫੀਨੇਸ਼ਨ ਹੈਗੀ ਹੈ, ਇਟਸ ਐਨ ਇਨਵੀਟੇਸ਼ਨ ਟੂ ਦ ਪੋਰਟ ਆਫ ਐਂਟਰੀ। ਉਹ ਤੁਹਾਨੂੰ ਕੈਨੇਡਾ ਦੇ ਦਰਵਾਜ਼ੇ ਤੱਕ ਆਉਣ ਦਾ ਸੱਦਾ ਹੈਗਾ। ਸੋ ਜੇ ਤੁਸੀਂ ਕੈਨੇਡਾ ਦੇ ਅੰਦਰ ਆ ਜਾਂਦੇ ਹੋ ਤਾਂ ਤੁਹਾਨੂੰ ਕਿਸੇ ਵੀਜ਼ਾ ਦੀ ਲੋੜ ਨਹੀਂ ਪੈਂਦੀ, ਤੇ ਨਾ ਹੀ ਕੋਈ ਵੀਜ਼ਾ ਵਿਦਨ ਕੈਨੇਡਾ ਤੁਹਾਨੂੰ ਮਿਲਦਾ ਹੈਗਾ, ਕਿਉਂਕਿ ਵੀਜ਼ਾ ਤਾਂ ਆਉਣ ਲਈ ਇਜਾਜ਼ਤ ਹੈ। ਸੋ ਮਤਲਬ ਜੇ ਸਿੰਪਲ ਅੱਖਰਾਂ 'ਚ ਕਹੀ ਜਾਈਏ, ਉਹ ਜਹਾਜ਼ ਕੰਪਨੀ ਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਤੁਹਾਨੂੰ ਟੋਰਾਂਟੋ ਹਵਾਈ ਅੱਡੇ ਤੇ, ਵੈਨਕੂਵਰ, ਕੈਲਗਰੀ ਤੇ ਲੈਂਡ ਕਰਾ ਦੇ। ਉਹ ਤੋਂ ਬਾਅਦ ਆਫਿਸਰ ਡਿਸਾਈਡ ਕਰੂਗਾ ਕਿ ਤੁਹਾਨੂੰ ਰਹਿਣ ਦੇਣਾ ਹੈਗਾ ਇੱਥੇ, ਨਹੀਂ ਰਹਿਣ ਦੇਣਾ। ਜਿਹੜੀ ਉਹਨਾਂ ਨੇ ਅਪਲਾਈ ਕਰਨੀ ਹੈ ਉਹ ਐਕਸਟੈਂਸ਼ਨ ਅਪਲਾਈ ਕਰਨੀ ਹੈ। ਹੁਣ ਆਪਾਂ ਨੂੰ ਇੱਕ ਹਿੱਸਾ ਸਵਾਲ ਦਾ ਇੱਥੇ ਨਹੀਂ ਪਤਾ ਲੱਗਿਆ ਕਿ ਉਹਨਾਂ ਨੂੰ ਟੈਕਨੀਕਲੀ ਰਹਿਣ ਦੀ ਇਜਾਜ਼ਤ ਕਦੋਂ ਤੱਕ ਹੈ। ਤੋ ਜੇ ਤਾਂ ਉਹਨਾਂ ਕੋਲ ਸੁਪਰ ਵੀਜ਼ਾ ਹੈ ਸੀ ਜਦੋਂ ਆਏ ਨੇ ਤੇ ਸਟੈਂਪ ਲਾ ਕੇ ਉੱਥੇ ਤਰੀਕ ਲਿਖ ਦਿੱਤੀ ਗਈ ਹੈ ਤਾਂ ਉਹ ਤਰੀਕ ਤੱਕ ਉਹ ਰਹਿ ਸਕਦੇ ਆ। ਜੇ ਇਕੱਲੀ ਸਟੈਂਪ ਲਾਈ ਹੈ ਜਾਂ ਕੋਈ ਮੋਹਰ ਨਹੀਂ ਹੈਗੀ ਤੇ ਉੱਥੇ ਜਿਹੜਾ ਉਹਨਾਂ ਦਾ ਕੋਲ ਸੁਪਰ ਵੀਜ਼ਾ ਹੈ ਤੇ ਉਹ PG1 ਹੈਗਾ, ਉਹਦਾ ਜਿਹੜਾ ਕੋਡ ਹੈ, ਤਾਂ ਉਹ 2 ਸਾਲ ਰਹਿ ਸਕਦੇ ਨੇ, ਤਾਂ ਜੂਨ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। ਤੋ ਸਵਾਲ ਦੇ ਵਿੱਚੋਂ ਕਾਫੀ ਇਨਫੋਰਮੇਸ਼ਨ ਮਿਸਿੰਗ ਸੀ, ਪਰ ਮੋਟੇ ਤੌਰ ਤੇ ਹਾਂਜੀ ਉਹਨਾਂ ਦਾ ਪਾਸਪੋਰਟ ਇੱਥੇ ਰੀਨਿਊ ਹੋ ਜਾਊਗਾ ਤੇ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਵੀ ਲੰਬੇ ਸਮੇਂ ਲਈ ਮਿਲੂਗੀ। ਤੋ ਜੇ ਕਿਉਂਕਿ ਕਈ ਕਲੈਰੀਫਿਕੇਸ਼ਨ ਨਹੀਂ ਸੀਗੀਆਂ, ਸੋ ਮੈਂ ਕਾਲਰ ਨੂੰ ਕਹੂੰਗਾ ਤੁਹਾਡੇ ਆਫਿਸ ਨੂੰ ਕਾਲ ਕਰ ਲੈਣ ਜੀ ਤੇ ਉਹਨਾਂ ਦੀ ਅੱਗੇ ਮਦਦ ਕਰ ਸਕਦੇ। ਨੈਕਸਟ ਕਾਲ ਕਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਇੱਥੇ ਉਹਨਾਂ ਦੀ ਬੇਟੇ ਦਾ ਜਨਮ ਹੋਇਆ ਸੀ ਤੇ ਉਹ ਖੁਦ ਵਰਕ ਪਰਮਿਟ ਲਈ ਉਹਨਾਂ ਨੇ ਅਪਲਾਈ ਕੀਤਾ ਹੋਇਆ ਲੜਕੀ ਨੇ, ਤੇ ਉਹ ਪੁੱਛਣਾ ਚਾਹੁੰਦੇ ਨੇ ਵੀ LMIA ਬੇਸ ਸ਼ਾਇਦ ਉਹਨਾਂ ਨੇ। ਜੀ ਬਿਲਕੁਲ। ਤੋ ਐਕਚੁਅਲੀ ਉਹਨਾਂ ਦਾ ਜਿਹੜਾ ਸਵਾਲ ਸੀਗਾ ਉਹ ਇਹ ਸੀ ਕਿ ਕਿੰਨਾ ਵਕਤ ਲੱਗਣਾ ਹੈਗਾ, ਹੋਰ ਕਿੰਨਾ ਸਮਾਂ ਲੱਗੇਗਾ ਉਹਨੂੰ ਪ੍ਰੋਸੈਸ ਹੋਣ ਨੂੰ। ਤੋ ਕਰੀਬਨ ਜਿਹੜਾ ਹੋਣਾ ਹੈ ਤੇ 5 ਤੋਂ 6 ਮਹੀਨੇ ਦਾ ਸਮਾਂ ਲੱਗਦਾ ਜੀ। ਉਹਨਾਂ ਨੇ ਨਵੰਬਰ 'ਚ ਅਪਲਾਈ ਕਰਿਆ, ਸੋ ਉਹਨਾਂ ਦਾ ਮਈ ਦੇ ਨੇੜੇ ਤੇੜੇ, ਅਪ੍ਰੈਲ ਮਈ ਦੇ ਨੇੜੇ ਤੇੜੇ ਕਿਤੇ ਉਹਨਾਂ ਦਾ ਰਿਜ਼ਲਟ ਹੈ ਜਿਹੜਾ ਉਹ ਆਊਗਾ। ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ LMIA ਸੀਗਾ, ਸੋ LMIA ਫਾਰਮ ਵਰਕਰ ਦਾ ਸੀ, ਤਾਂ ਉਹਨਾਂ ਨੂੰ ਫਾਰਮ ਵਰਕਰ ਦਾ ਜਿਹੜਾ ਵਰਕ ਪਰਮਿਟ ਹੈ ਮਿਲ ਜਾਣਾ ਹੈਗਾ। ਪਰ ਮੈਂ ਦੱਸਣਾ ਚਾਹੁੰਦਾ ਕਿ ਫਾਰਮ ਵਰਕਰ ਦਾ ਵਰਕ ਪਰਮਿਟ ਹੈ ਜਿਹੜਾ ਉਹ ਤੁਹਾਨੂੰ ਕੁਛ ਜਿਹੜੀਆਂ ਪ੍ਰੋਵਿੰਸਿਸ ਜਾਂ ਕੁਛ ਕੈਟਾਗਰੀਜ਼ ਦੇ ਅੰਡਰ ਹੀ ਤੁਸੀਂ ਅੱਗੇ ਪਰਮਾਨੈਂਟ ਹੋ ਸਕਦੇ ਹੋ। ਅਦਰਵਾਈਜ਼ ਤੁਸੀਂ ਉਹ ਸਿਰਫ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਹੈ, ਤੁਸੀਂ ਪਰਮਾਨੈਂਟ ਨਹੀਂ ਹੋ ਸਕਦੇ ਹੈਗੇ। ਪਰਮਾਨੈਂਟ ਹੋਣ ਲਈ ਜੇ ਆਪਾਂ ਐਗਜ਼ਾਮਪਲ ਲਈਏ ਤਾਂ ਪ੍ਰਿੰਸ ਐਡਵਰਡ ਆਈਲੈਂਡ ਜਿਹੜਾ ਪ੍ਰੋਵਿੰਸ ਹੈਗਾ, ਉਹਦੇ ਵਿੱਚੋਂ ਜਿਹੜਾ ਨੋਮੀਨੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਥੋੜ੍ਹੇ ਜਿਹੇ ਫਾਰਮ ਵਰਕਰ ਦੇ ਤੌਰ 'ਤੇ ਤੁਸੀਂ ਕੰਮ ਕਰਦੇ ਹੋ 6 ਮਹੀਨੇ ਲਈ, ਤੇ ਤੁਹਾਡੇ 12 ਗ੍ਰੇਡ ਤੁਸੀਂ ਹੈਗੇ ਹੋ, 12ਵੀਂ ਜਮਾਤ ਪਾਸ ਕੀਤੀ ਹੋਈ ਹੈ ਤੇ 4 ਬੈਂਡ ਤੁਹਾਡੇ ਅੰਗਰੇਜ਼ੀ 'ਚ ਨੇ, ਤਾਂ 6 ਮਹੀਨੇ ਕੰਮ ਕਰਨ ਤੋਂ ਬਾਅਦ ਤੁਸੀਂ ਫਾਰਮ ਵਰਕਰ ਦਾ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚੋਂ ਤੁਸੀਂ ਆਪਣੀ ਨੋਮੀਨੇਸ਼ਨ ਲਈ ਅਪਲਾਈ ਕਰ ਸਕਦੇ ਹੋ ਤੇ ਪਰਮਾਨੈਂਟ ਰੈਜ਼ੀਡੈਂਸ ਵੀ ਹੋ ਸਕਦੀ ਹੈ। ਤੇ ਬਾਕੀ ਜਿਹੜੇ ਪ੍ਰੋਵਿੰਸਸ ਨੇ ਉੱਥੇ ਰੂਲ ਡਿਫਰੈਂਟ ਹੈ। ਜਿਵੇਂ ਓਨਟੇਰੀਓ ਦੇ ਵਿੱਚ ਵੀ ਇਹ ਕੈਟਾਗਰੀ 'ਚ ਆਉਂਦਾ, ਪਰ ਉਹ ਫਿਰ ਹੁੰਦੀ ਹੈ ਕਿ ਉੱਥੇ ਨੰਬਰ ਆਫ ਸੀਟਸ ਬਹੁਤ ਘੱਟ ਨੇ। ਉਵੇਂ ਜਿਵੇਂ ਜੇ ਬ੍ਰਿਟਿਸ਼ ਕੋਲੰਬੀਆ 'ਚ ਇਹ ਨਹੀਂ ਹੈਗਾ, ਸੋ ਉਹਨਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਜਿਹੜਾ ਇੰਪਲੋਇਰ ਹੈ ਉਹ ਕਿਹੜੇ ਪ੍ਰੋਵਿੰਸ ਦੇ ਵਿੱਚ ਹੈ, ਤੇ ਫਿਰ ਉਹਦਾ ਹੱਲ ਹੈ ਜਿਹੜਾ ਅੱਗੇ ਹੋ ਸਕਦਾ ਹੈਗਾ। ਪਰ ਉਹਨੂੰ ਇੰਤਜ਼ਾਰ ਕਰਨਾ ਚਾਹੀਦਾ। ਸੋ ਜੇ ਉਹਨਾਂ ਨੂੰ ਫਾਰਮ ਵਰਕਰ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤੇ ਉਹ ਉਹਨਾਂ ਦਾ ਇੰਪਲੋਇਰ ਅੱਗੇ ਕਾਬਲੀਅਤ ਨਹੀਂ ਰੱਖਦਾ ਉਹ ਪਰਮਾਨੈਂਟ ਕਰਾਉਣ ਲਈ, ਤਾਂ ਉਹ ਜ਼ਰੂਰ ਸਾਨੂੰ ਸੰਪਰਕ ਕਰਨ ਜੀ ਤੇ ਅਸੀਂ ਉਹਨਾਂ ਦੀ ਮਦਦ ਜ਼ਰੂਰ ਕਰ ਸਕਾਂਗੇ। ਬਿਲਕੁਲ ਸਰ, ਆਪਾਂ ਆਪਣੇ ਟੌਪਿਕ ਤੇ ਵਾਪਸ ਆਈਏ। ਪਹਿਲਾਂ ਕਾਲਰ ਜੁੜ ਗਏ ਨੇ, ਉਹਨਾਂ ਦੀ ਕਾਲ ਲੈ ਲਈਏ। ਹੈਲੋ ਸਭ ਤੋਂ ਗੱਲ ਪੁੱਛਣੀ ਸੀ ਜੀ। ਮੇਰੇ ਕਜ਼ਨ ਨੇ ਨਾ ਜਨਵਰੀ 2021 ਟੋਰਾਂਟੋ ਆਣਾ ਸਟੱਡੀ ਬੇਸ ਤੇ ਸਟੂਡੈਂਟ ਵੀਜ਼ਾ ਤੇ ਦਸੰਬਰ 'ਚ ਫਸਟ ਵੀਕ ਪਾਰਟਨਰ ਹੋਈ ਸੀ ਔਰ ਅਜੇ ਤੱਕ ਪਾਸਪੋਰਟ ਲਈ ਮੰਗਿਆ ਨਹੀਂ ਉਹਨਾਂ ਤੋਂ, ਤੇ ਜਨਵਰੀ 20 ਤੱਕ ਸੀ ਉਹਨਾਂ ਦੀ ਲਾਸਟ ਡੇਟ, ਤੇ ਹੁਣ ਉਹਨਾਂ ਨੂੰ ਸ਼ਾਇਦ ਮਈ 'ਚ ਸੈਸ਼ਨ ਮਈ 'ਚ ਰੈਫਰ ਕਰਨਾ ਪਏਗਾ। ਤੇ ਅੱਗੇ
ਮਈ ਵਾਸਤੇ ਉਸ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਵੀਜ਼ਾ ਆਫਿਸਰ ਔਰ ਤੋਂ ਪਾਸਪੋਰਟ ਮੰਗਵਾ ਸਕਦਾ ਹੈ? ਇਹ ਪ੍ਰੋਸੀਜਰ ਲੰਬਾ ਚੱਲੇਗਾ ਉਹਨਾਂ ਦਾ? ਉਹ ਦਸੰਬਰ ਦੇ ਫਸਟ ਵੀਕ ਮੇਰੀ ਬਾਇਓਮੈਟ੍ਰਿਕ ਹੋ ਚੁੱਕੀ ਹੈ ਤੇ ਜਨਵਰੀ 20 ਤੱਕ ਆਉਣਾ ਸੀ, ਪਰ ਉਹਨਾਂ ਦਾ ਪਾਸਪੋਰਟ ਨਹੀਂ ਮੰਗਿਆ। ਉਹਨਾਂ ਨੇ ਮਈ ਤੱਕ ਉਹ ਆਪਣਾ ਡੈਫਰ ਦੀ ਐਪਲੀਕੇਸ਼ਨ ਦਿੱਤੀ ਹੈ ਆਪਣੇ ਸਟੱਡੀ ਲਈ। ਅੱਗੇ ਕਦ ਤੱਕ ਉਹਨਾਂ ਨੂੰ ਵੀਜ਼ਾ ਲਈ ਜਾਂ ਪਾਸਪੋਰਟ ਲਈ ਕਾਲ ਆ ਸਕਦੀ ਹੈ, ਪੁੱਛਣਾ। ਜੀ ਜੀ ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਬਰੈਂਪਟਨ ਜੀ ਕੀ ਸਵਾਲ ਹੈ ਜੀ ਤੁਹਾਡਾ? ਮੇਰਾ ਸਵਾਲ ਆ ਜੀ, ਪਿਛਲੇ ਸਾਲ ਫਰਵਰੀ ਦੇ ਵਿੱਚ ਸਾਡੀ ਡਾਕਟਰੀ ਹੋ ਗਈ ਸੀਗੀ PR ਲਈ ਜੀ ਤੇ ਹਾਲੇ ਤੱਕ ਕੁਝ ਪਤਾ 11 ਮਹੀਨੇ ਹੋ ਗਏ। ਉਹ ਕਦੋਂ ਪਤਾ ਲੱਗ ਸਕਦਾ ਜੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇੰਡੀਆ ਤੋਂ ਬੋਲ ਰਿਹਾ ਜੀ ਸਰ, ਕੀ ਸਵਾਲ ਹੈ? ਅਮਨਦੀਪ ਸਿੰਘ ਜੀ। ਤੇ ਮੇਰਾ ਸਵਾਲ ਮੈਮ ਇਹ ਹੈ ਵੀ ਮੇਰਾ ਨਾ ਓਪਨ ਵਰਕ ਪਰਮਿਟ ਮਤਲਬ 31 ਮਾਰਚ ਨੂੰ ਖਤਮ ਹੋਣਾ ਗਾ। ਤੇ ਇਹਦੇ ਮੈਂ ਇਹ ਤਾਂ ਸੁਣਿਆ ਸੀ ਵੀ ਮਤਲਬ 31 ਮਈ ਤੱਕ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਮੈਂ ਇਹਦੇ ਬਾਰੇ ਪੁੱਛਣਾ ਵੀ ਮੈਂ ਕਦੋਂ ਤੱਕ ਕਰ ਸਕਦਾ ਅਪਲਾਈ? ਜੀ ਜ਼ਰੂਰ, ਆਪਾਂ ਇਸੇ ਵਿਸ਼ੇ ਤੇ ਗੱਲ ਕਰ ਰਹੇ ਟੀਵੀ ਹਾਂ। ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਗੜਗੜੀ ਤੋਂ ਬੋਲਦਾ ਜੀ। ਜੀ ਕੀ ਸਵਾਲ ਹੈ ਸਰ? ਮੇਰਾ ਕੁਐਸਚਨ ਹੈਗਾ ਵੀ ਜਿਹੜੇ ਤੁਹਾਡੇ ਕਈ ਨਾ 15-20 ਦਿਨ ਹੋ ਗਏ ਮੈਂ ਆਪਣੇ ਕਈ ਕਾਲਜ ਲਾਕਡਾਊਨ ਦਾ ਕਰਕੇ ਬੰਦ ਕੀਤੇ ਹੋਏ ਆ, ਜਿਹੜੇ ਇੰਡੀਆ ਤੋਂ ਆ ਜਿਨ੍ਹਾਂ ਦੇ 6.5 ਬੈਂਡ ਲਏ ਹੋਏ ਆ, ਉਹ ਕੀ ਆ ਸਕਦੇ ਆ ਇਸ ਟਾਈਮ ਜਾਂ ਕੁਛ ਉਹਨਾਂ ਤੇ ਰੋਕ ਆ? ਕੁਛ ਇਹਦੇ ਬਾਰੇ ਮੈਂ ਟੀਵੀ ਤੁਹਾਡਾ ਸੁਣਦਾ, ਉਹਦੇ ਬਾਰੇ ਕੁਛ ਆਪਣਾ ਜਾਣਨਾ ਪਾਓ ਜੀ। ਸਾਡੇ 1-2 ਮੈਂਬਰ ਹੈਗੇ 2 ਪਾਉਣ ਵਾਲੇ, ਉਹਨਾਂ ਨੂੰ ਮੈਂ ਆਪਣਾ ਮੈਸੇਜ ਜਿਹੜਾ ਇੰਡੀਆ ਤੁਹਾਡਾ ਪ੍ਰੋਗਰਾਮ ਸੁਣ ਕੇ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਓਕੇ ਸਟੂਡੈਂਟਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ, ਕਦੋਂ ਤੱਕ ਆ ਸਕਦੇ ਨੇ? ਜੀ ਸੋ ਆਪਾਂ ਆਨਸਰ ਦੇਣੇ ਸ਼ੁਰੂ ਕਰਦੇ ਹਾਂ। ਜਿਨ੍ਹਾਂ ਨੇ ਕਜ਼ਨ ਦੇ ਬਾਰੇ ਵਿੱਚ ਪੁੱਛਿਆ ਸੀ ਕਿ ਉਹਨਾਂ ਨੇ ਡੈਫਰ ਕੀਤਾ ਮਈ ਦੇ ਵਿੱਚ, ਸੋ ਪਾਸਪੋਰਟ ਕਦੋਂ ਤੱਕ ਮੰਗ ਸਕਦੇ ਆ ਤੇ ਕਦੋਂ ਤੱਕ ਉਹਨਾਂ ਦਾ ਆ ਸਕਦਾ ਹੈ? ਜੀ ਸੋ ਇਹ ਵੀ ਮਲਟੀ ਫੈਸੇਟਡ ਕੁਐਸਚਨ ਹੈਗਾ ਐਕਚੁਅਲੀ। ਸਭ ਤੋਂ ਪਹਿਲਾਂ ਤਾਂ ਜਿਹੜਾ ਮੁੱਦਾ ਹੈਗਾ ਉਹ ਹੈਗਾ ਕਿ ਜੇ ਉਹਨਾਂ ਨੇ ਜਨਵਰੀ 'ਚ ਸੀਗਾ ਤਾਂ ਉਹ ਆਨਲਾਈਨ ਕਲਾਸ ਵੀ ਆਪਣੀ ਸ਼ੁਰੂ ਕਰ ਸਕਦੇ ਸੀ, ਉਹਨੂੰ ਡੈਫਰ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਗੀ। ਜਿਹੜਾ ਵੀ ਟਾਈਮ ਉਹ ਕੈਨੇਡਾ ਤੋਂ ਬਾਹਰ ਪੜ੍ਹਨੇ ਸੀ, ਉਹ ਉਹਨਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਵੀ ਉਹਨਾਂ ਨੂੰ ਮਦਦ ਮਿਲ ਸਕਦਾ ਸੀਗਾ। ਹੁਣ ਦੂਜੇ ਪਾਸੇ ਕਿ ਉਹਨਾਂ ਤੋਂ ਕਦੋਂ ਪਾਸਪੋਰਟ ਮੰਗਿਆ ਜਾਊਗਾ, ਉਹ ਇੱਕ ਬਹੁਤ ਡਿਫਰੈਂਟ ਪ੍ਰੋਸੀਜਰ ਹੈਗਾ। ਸਭ ਤੋਂ ਪਹਿਲਾਂ ਤਾਂ ਹੁਣ ਕਿਉਂਕਿ VFS ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਉਹ ਨਹੀਂ ਖੁੱਲ੍ਹੇ ਹੈਗੇ, ਤਾਂ ਪਾਸਪੋਰਟ ਮੰਗਾਉਣ ਦਾ ਵੀ ਇੱਕ ਬਹੁਤ ਡਿਫਰੈਂਟ ਕ੍ਰਾਈਟੇਰੀਆ ਜਿਹੜਾ ਉਹ ਚੱਲ ਰਿਹਾ ਹੈਗਾ। ਤਾਂ ਪਹਿਲਾਂ ਤਾਂ ਤੁਹਾਨੂੰ ਚਿੱਠੀ ਆਉਂਦੀ ਹੈ ਕਿ ਤੁਹਾਨੂੰ ਪਾਸਪੋਰਟ ਆ ਜਿਹੜਾ ਉਹ ਮੰਗਿਆ ਜਾਊਗਾ। ਉਸ ਤੋਂ ਬਾਅਦ ਤੁਸੀਂ ਇੱਕ ਈਮੇਲ ਕਰਦੇ ਹੋ ਉਹਦੀ ਡਿਟੇਲ, ਫਿਰ ਜਿਹੜਾ ਵੀਜ਼ਾ ਐਪਲੀਕੇਸ਼ਨ ਸੈਂਟਰ ਹੈਗਾ ਉੱਥੋਂ ਤੋਂ ਫੀਸ ਜਮ੍ਹਾਂ ਕਰਾਉਂਦਾ ਹੈ ਤੇ ਫਿਰ ਉਹ ਤੁਹਾਨੂੰ ਨੰਬਰ ਇਸ਼ੂ ਕਰਦਾ ਹੈ। ਫਿਰ ਉਹ ਤੁਹਾਡਾ ਬਲੂ ਡਾਰਟ ਇੱਕ ਕੰਪਨੀ ਹੈਗੀ, ਉਹ ਪਾਸਪੋਰਟ ਚੱਕਦੀ ਹੈ, ਫਿਰ ਵਾਪਸ ਜਾਂਦਾ ਹੈ। ਫਿਰ ਉਹ ਕਾਫੀ ਲੰਬਾ ਜਿਹੜਾ ਪ੍ਰੋਸੀਜਰ ਚੱਲਦਾ ਹੈਗਾ। ਸੋ ਕਿੰਨਾ ਟਾਈਮ ਲੱਗੂਗਾ ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈਗਾ। ਤੇ ਦੂਜਾ, ਜੇ ਉਹਨਾਂ ਨੇ ਆਲਰੇਡੀ ਮੇਲ ਲਈ ਡੈਫਰ ਕਰਾਏ ਲਿਆ ਹੈਗਾ ਤਾਂ ਕੀ ਉਹ ਸੇਮ ਕੋਰਸ ਹੈ? ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ। ਤੋ ਇਹ ਨਹੀਂ ਹੈਗਾ ਕਿ ਪਹਿਲਾਂ ਉਹਨਾਂ ਦੀ ਕੋਰਸ ਚੋਇਸ ਹੋਰ ਸੀ ਤੇ ਫਿਰ ਉਹਨਾਂ ਨੂੰ ਹੁਣ ਜਦੋਂ ਡਾਕੂਮੈਂਟੇਸ਼ਨ ਹੋ ਗਈ ਤੇ ਹੁਣ ਹੋਰ ਕੋਰਸ ਚੋਇਸ ਚਲਾ ਗਿਆ, ਉਹ ਵੀ ਉਹਨਾਂ ਨੂੰ ਐਕਸਪਲੇਨੇਸ਼ਨ ਕਰਨੀ ਪੈ ਸਕਦੀ ਹੈ। ਪਰ ਜੇ ਉਹ ਸੇਮ ਇਹ ਪ੍ਰੋਗਰਾਮ ਹੈਗਾ ਤੇ ਫਿਰ ਕੋਈ ਇਸ਼ੂ ਨਹੀਂ ਆਊਗਾ। ਹੁਣ ਅਗਲਾ ਮੁੱਦਾ ਹੈਗਾ ਜੇ ਉਹ ਮਈ ਤੱਕ ਵੀ ਨਹੀਂ ਹੁੰਦਾ ਫਿਰ ਕੀ ਅੱਗੇ ਹੋਰ ਡੈਫਰ ਕਰਾਉਣਗੇ ਜੀ, ਤਾਂ ਉਹਨਾਂ ਦੀ ਉਹ ਕ੍ਰੈਡੀਬਿਲਿਟੀ ਤੇ ਕੁਐਸਚਨ ਬਣ ਸਕਦਾ ਹੈਗਾ। ਤਾਂ ਬਿਹਤਰ ਇਹ ਹੋਣਾ ਸੀ ਕਿ ਉਹ ਆਨਲਾਈਨ ਆਪਣੀ ਪੜ੍ਹਾਈ ਸ਼ੁਰੂ ਕਰ ਦਿੰਦੇ ਇਹਦੇ ਵਿੱਚੋਂ, ਜਦੋਂ ਕਦੇ ਵੀ ਉਹਨਾਂ ਨੂੰ ਆਉਣ ਦੀ ਇਜਾਜ਼ਤ ਮਿਲਦੀ ਤੇ ਉਹ ਇੱਥੇ ਆ ਸਕਦੇ ਸੀ। ਪਰ ਹੁਣ ਕਿਉਂਕਿ ਉਹਨਾਂ ਨੇ ਆਲਰੇਡੀ ਇਹ ਜਿਹੜਾ ਡੈਫਰ ਕਰਨ ਵਾਲਾ ਪ੍ਰੋਸੀਜਰ ਸ਼ੁਰੂ ਕਰਤਾ, ਸੋ ਹੁਣ ਤਾਂ ਉਹਦੇ ਉੱਤੇ ਕੋਈ ਜਿਹੜੀ ਵਿਚਾਰ ਨਹੀਂ ਕੀਤੀ ਜਾ ਸਕਦੀ। ਪਰ ਇਹਦਾ ਆਨਸਰ ਮੇਰੇ ਕੋਲ ਨਹੀਂ ਹੈਗਾ ਕਿ ਉਹ ਕਦੋਂ ਉਹਨਾਂ ਤੋਂ ਪਾਸਪੋਰਟ ਮੰਗੂਗਾ ਜੀ, ਕਿਉਂਕਿ ਬਹੁਤ ਬੈਕਲੌਗਡ ਹੈਗਾ। ਤੇ ਸਭ ਤੋਂ ਜਿਹੜੀ ਪ੍ਰਾਇੋਰਟੀ ਹੈਗੀ ਆ ਉਹ ਇਸ ਵੇਲੇ ਜਿਹੜੇ ਕੇਸਿਸ ਦੇ ਨੰਬਰ F ਨਾਲ ਸ਼ੁਰੂ ਹੁੰਦੇ ਨੇ, ਫੈਮਿਲੀ ਕਲਾਸ ਵਾਲੇ ਨੇ, ਸਭ ਤੋਂ ਜ਼ਿਆਦਾ ਜਿਹੜੀ ਪ੍ਰਾਇੋਰਟੀ ਹੈ ਇਸ ਵੇਲੇ ਉਹਨਾਂ ਨੂੰ ਦਿੱਤੀ ਜਾਂਦੀ ਹੈਗੀ ਹੈ ਜੀ। ਬਿਲਕੁਲ। ਨੈਕਸਟ ਕਾਲਰ ਸੀ ਬ੍ਰੈਂਪਟਨ ਤੋਂ, ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੀ ਫਰਵਰੀ 'ਚ ਡਾਕਟਰੀ ਹੋ ਚੁੱਕੀ ਹੈ PR ਲਈ, ਪਰ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ। ਹਾਂਜੀ, ਸੋ ਫੈਬਰਰੀ 'ਚ ਹੋ ਚੁੱਕੀ ਹੈ, ਸੋ ਹਾਲੇ ਕੋਈ ਰਿਜ਼ਲਟ ਆਉਣ ਦੀ ਸੰਭਾਵਨਾ ਵੀ ਨਹੀਂ ਹੈਗੀ ਹੈ ਜੀ, ਕਿਉਂਕਿ ਉਹ 12 ਮਹੀਨੇ ਲਈ ਵੈਲਿਡ ਹੁੰਦੀ ਹੈ। ਸੋ ਫੈਬਰਰੀ ਦੇ ਵਿੱਚ ਉਹਨਾਂ ਦਾ ਐਕਸਪਾਇਰ ਹੋ ਜਾਣਾ ਤੇ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੁਹਾਡੇ ਮੈਡੀਕਲ ਤੋਂ ਬਿਯੋਂਡ। ਸੋ ਮੈਡੀਕਲ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਤੁਹਾਡਾ ਕੇਸ ਹੈ ਜਿਹੜਾ ਉਹ ਡਿਸਾਈਡ ਹੋ ਜਾਣਾ, ਉਹ ਤਾਂ ਕੰਪਿਊਟਰ ਦੀ ਕੱਢੀ ਹੋਈ ਚਿੱਠੀ ਹੈਗੀ ਹੈ। ਤਾਂ ਜਦੋਂ ਖਤਮ ਹੋ ਜਾਊਗਾ ਤਾਂ ਕੰਪਿਊਟਰ ਇੱਕ ਹੋਰ ਚਿੱਠੀ ਕੱਢ ਦੂਗਾ ਕਿ ਤੁਸੀਂ ਫਿਰ ਮੈਡੀਕਲ ਜਿਹੜਾ ਕਰਾ ਲਓ, ਫਿਰ ਤੁਹਾਨੂੰ ਕਰਾਉਣਾ ਪੈਣਾ ਹੈਗਾ।
ਉਹ ਕਿੰਨੀਆਂ ਸਰਕਮਸਟੈਂਸਸ ਨੇ ਜਿਹੜੀਆਂ ਆਪਾਂ ਸ਼ੇਅਰ ਨਹੀਂ ਕੀਤੀਆਂ ਕਿ ਤੁਹਾਡਾ ਕੇਸ ਕਦੋਂ ਅਪਲਾਈ ਕੀਤਾ, ਉਹ 'ਚ ਕਿਹੜੀਆਂ ਇਸ਼ੂਜ਼ ਨੇ ਤੇ ਅੱਗੇ ਕੀ ਸਰਕਮਸਟੈਂਸਸ ਨੇ। ਉਹ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਕਾਨੂੰਨ ਹੈਗਾ, ਉਹਦੇ ਵਿੱਚੋਂ ਹੀ ਸਾਰੀ ਜਾਣਕਾਰੀ ਲੈ ਕੇ ਫਿਰ ਅੱਗੇ ਦੇਖਿਆ ਜਾ ਸਕਦਾ ਹੈ ਕਿ ਤੁਹਾਡੇ ਕੇਸ 'ਚ ਕਿਉਂ ਡਿਲੇ ਆ ਜਾਂ ਕੀ ਇਸ਼ੂਜ਼ ਨੇ। ਸੋ ਇਹ ਨਾ ਸਮਝਿਆ ਜਾਵੇ ਕਿ ਹੁਣ ਮੇਰਾ ਮੈਡੀਕਲ ਹੋ ਗਿਆ ਤੇ ਮੈਨੂੰ ਹੁਣ ਆਉਣ ਦੀ ਇਜਾਜ਼ਤ ਹੈ ਜਿਹੜੀ ਦੇ ਦਿੱਤੀ ਜਾਊਗੀ। ਉਹ ਇੱਕ ਪ੍ਰੋਸੀਜਰ ਹੈਗਾ, ਜਦੋਂ 12 ਮਹੀਨੇ ਖਤਮ ਹੋ ਗਏ ਤਾਂ ਦੁਬਾਰੇ ਫਿਰ ਤੋਂ ਮੰਗ ਲੈਣਗੇ ਜੀ। ਨੈਕਸਟ ਸੀਗਾ ਜੀ ਵਿਨੀਪੈਗ ਤੋਂ ਕਾਲ ਆਈ ਸੀ ਅਮਨਦੀਪ ਸਿੰਘ ਦੀ। ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦਾ 31 ਮਾਰਚ ਨੂੰ ਜਿਹੜਾ ਓਪਨ ਵਰਕ ਪਰਮਿਟ ਖਤਮ ਹੋਣ ਵਾਲਾ ਹੈ, ਕਿ ਉਹ ਮਈ ਤੋਂ ਪਹਿਲਾਂ ਅਪਲਾਈ ਕਰ ਸਕਦੇ ਨੇ। ਬਿਲਕੁਲ ਤਰਨ, ਇਹੀ ਆਪਾਂ ਅੱਜ ਡਿਸਕਸ਼ਨ ਦਾ ਵੀ ਆਪਣਾ ਇਹੀ ਮੁੱਦਾ ਸੀਗਾ। ਸੋ ਇੱਕ ਬਹੁਤ ਕਲਾਸਿਕ ਐਗਜ਼ਾਮਪਲ ਹੈ ਕਿ ਉਹਨਾਂ ਦਾ ਮਾਰਚ ਦੇ ਵਿੱਚ ਖਤਮ ਹੋ ਰਿਹਾ। ਸੋ ਉਹ 27 ਜਨਵਰੀ ਤੋਂ ਬਾਅਦ ਆਪਣੀ ਜਿਹੜੀ ਅਰਜ਼ੀ ਹੈ ਉਹ ਕਰ ਸਕਣਗੇ ਜੀ। 27 ਕਿਉਂਕਿ ਜਿਹੜੀ ਕਾਨੂੰਨ ਦੀ ਰਿਕੁਆਇਰਮੈਂਟ ਹੈ ਉਹ ਹੈਗੀ ਕਿ 4 ਮਹੀਨੇ ਤੋਂ ਵੱਧ ਤਾਂ ਸਮਾਂ ਨਹੀਂ ਰਹਿੰਦਾ ਹੋਣਾ ਚਾਹੀਦਾ। ਸੋ ਜੇ ਉਹ 27 ਜਨਵਰੀ ਨੂੰ ਅਪਲਾਈ ਕਰਦੇ ਨੇ ਤਾਂ ਮਾਰਚ 'ਚ ਖਤਮ ਹੋ ਰਿਹਾ ਤਾਂ 1.5 ਮਹੀਨੇ ਦਾ ਹੀ ਸਮਾਂ ਰਹਿੰਦਾ। ਸੋ ਬਿਲਕੁਲ ਉਹ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਣਗੇ ਜੀ। ਅਤੇ ਦੂਜੀ ਇਹਦੇ ਨਾਲ ਇਹ ਵੀ ਹੈ ਕਿ ਜੇ ਉਹ ਜਾ ਕੇ ਮਈ ਤੱਕ ਕਰਦੇ ਆ ਤਾਂ ਟੈਕਨੀਕਲੀ ਉਹ ਰੈਸਟੋਰੇਸ਼ਨ ਪੀਰੀਅਡ ਦੇ ਵਿੱਚੋਂ ਚਲੇ ਜਾਣਗੇ ਅਤੇ ਉਹਨਾਂ ਨੂੰ $200 ਐਕਸਟਰਾ ਵੀ ਪੇ ਕਰਨਾ ਪੈਣਾ ਹੈਗਾ। ਉਹ ਖਤਮ ਹੋਣ ਤੋਂ ਪਹਿਲਾਂ ਆਪਦੀ ਅਰਜ਼ੀ ਹੈ ਜਿਹੜੀ ਕਰ ਸਕਦੇ ਨੇ। ਜਿਹੜੀਆਂ ਬਾਕੀ ਰਿਕੁਆਇਰਮੈਂਟ ਨੇ ਉਹ ਕੈਨੇਡਾ 'ਚ ਹੋਣੇ ਚਾਹੀਦੇ ਨੇ ਅਤੇ ਉਹਨਾਂ ਦਾ ਸਟੇਟਸ ਵੈਲਿਡ ਹੋਣਾ ਚਾਹੀਦਾ ਅਤੇ ਉਹਨਾਂ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੀ ਹੋਣਾ ਚਾਹੀਦਾ ਸੀ। ਉਹ ਰਿਕੁਆਇਰਮੈਂਟ ਉਹਨਾਂ ਨੂੰ ਪੂਰੀਆਂ ਕਰਨੀਆਂ ਜ਼ਰੂਰੀ ਨੇ। ਇਹ ਅਰਜ਼ੀਆਂ ਨੇ ਜਿਹੜੀਆਂ 27 ਜਨਵਰੀ ਤੋਂ ਲੈ ਕੇ 27 ਜੁਲਾਈ ਦੇ ਵਿਚਾਲੇ ਲਈਆਂ ਜਾਣਗੀਆਂ। ਅਤੇ ਦੂਜਾ ਤੁਸੀਂ ਰਿਸਟੋਰੇਬਲ ਹੋਣੇ ਚਾਹੀਦੇ ਹੋ। ਆਪਾਂ ਆਲਰੇਡੀ ਡਿਸਕਸ ਕੀਤਾ ਕਿ 31 ਮਈ ਤੱਕ ਜਿਹੜਾ ਤੁਸੀਂ ਆਪਦੀ ਅਰਜ਼ੀ ਹੈ ਜਿਹੜੀ 31 ਮਈ ਤੋਂ ਪਹਿਲਾਂ ਲਾ ਸਕਦੇ ਹੋ। ਹਾਂ, ਜੇ ਉਹ ਚਾਹੁੰਦੇ ਨੇ ਕਿ ਮੈਂ ਤੁਹਾਡੇ ਸਮੇਂ ਨੂੰ ਥੋੜ੍ਹਾ ਜਿਹਾ ਵਧਾ ਲਾਂ, ਹਾਂਜੀ ਫਿਰ ਉਹ ਲੇਟ ਕਰ ਸਕਦੇ, ਇਹਨਾਂ ਨੂੰ ਲੇਟ ਫੀ ਦੇਣੀ ਪੈਣੀ ਹੈਗੀ ਹੈ। ਪਰ ਸਰਕਮਸਟੈਂਸਸ ਨੇ ਜਿਹੜੀਆਂ ਉਹ ਸਾਰੀਆਂ ਪੂਰੀਆਂ ਕਰਨੀਆਂ ਜ਼ਰੂਰੀ ਨੇ। ਉਹ ਇਹਦੀ ਜ਼ਿਆਦਾ ਜਾਣਕਾਰੀ ਲਈ ਸਾਡੇ ਆਫਿਸ ਨੂੰ ਵੀ ਕਾਲ ਕਰ ਸਕਦੇ ਨੇ, ਕਿਉਂਕਿ ਜਦੋਂ ਹੀ 27 ਨੂੰ ਅਰਜ਼ੀ ਖੁੱਲ੍ਹਦੀ ਹੈ ਤਾਂ ਉਹਨਾਂ ਦੀ ਅਰਜ਼ੀ ਦਾਖਲ ਕੀਤੀ ਜਾ ਸਕਦੀ ਹੈ ਅਤੇ 18 ਮਹੀਨੇ ਦਾ ਉਹਨੂੰ ਪਰਮਿਟ ਹੈ ਜਿਹੜਾ ਉਹ ਮਿਲ ਚੁੱਕਾ ਜੀ। ਨੈਕਸਟ ਕਾਲਰ ਸੀ ਕੈਲਗਰੀ ਤੋਂ। ਉਹਨਾਂ ਨੇ ਕਿਹਾ ਸੀ ਕਿ ਇੰਡੀਆ ਤੋਂ ਸਟੂਡੈਂਟਸ ਕਦੋਂ ਤੱਕ ਇੱਥੇ ਆ ਸਕਦੇ ਨੇ? ਹਾਂਜੀ, ਸਟੂਡੈਂਟ ਤਾਂ ਆਲਰੇਡੀ ਆ ਰਹੇ ਨੇ। ਜਿਵੇਂ ਆਪਾਂ ਪਹਿਲਾਂ ਵੀ ਕਾਫੀ ਮਹੀਨਿਆਂ ਤੋਂ ਡਿਸਕਸ਼ਨ ਕਰਦੇ ਆ ਰਹੇ ਹਾਂ ਕਿ ਜਦੋਂ ਸੈਪਟੰਬਰ ਸੈਸ਼ਨ ਸੀ ਉਦੋਂ ਡਿਫਰੈਂਟ ਤਰੀਕੇ ਦੇ ਨਾਲ ਰਿਸਟ੍ਰਿਕਸ਼ਨਸ ਖੋਲ੍ਹੀਆਂ ਗਈਆਂ ਸੀ ਅਤੇ ਫਿਰ ਉਸ ਤੋਂ ਬਾਅਦ ਹੌਲੀ ਇਜਾਜ਼ਤ ਦੇ ਕੇ ਦਸੰਬਰ ਮਹੀਨੇ ਆਉਣ ਤੱਕ ਜੇ ਤੁਹਾਡਾ ਸਕੂਲ ਕਾਲਜ ਯੂਨੀਵਰਸਿਟੀ ਦਾ ਨਾਂ DLI ਲਿਸਟ ਦੇ ਉੱਤੇ ਹੈਗਾ, ਜਿਹੜੀ ਪਬਲਿਕ ਹੈਲਥ ਨੇ ਮਨਜ਼ੂਰੀ ਦਿੱਤੀ ਹੈ ਉਸ ਦਾ, ਸਾਰੇ DLI ਨਹੀਂ, ਜਿਨ੍ਹਾਂ ਨੂੰ ਪਬਲਿਕ ਹੈਲਥ ਨੇ ਮਨਜ਼ੂਰੀ ਦਿੱਤੀ ਹੈ ਕਿ ਉਹ ਇਨ ਪਰਸਨ ਕਲਾਸ ਅਟੈਂਡ ਕਰ ਸਕਦੇ ਨੇ, ਉਹੀ ਆ ਸਕਦੇ ਨੇ। ਤੋਂ ਲਿਸਟ ਦੇ ਵਿੱਚੋਂ ਕਾਫੀ ਵਾਧਾ ਜਿਹੜਾ ਸਮੇਂ ਸਿਰ ਹੋਇਆ ਹੈਗਾ। ਅਤੇ ਹੁਣ ਤਾਂ ਇਹ ਵੀ ਏਅਰਲਾਈਨਸ ਲਈ ਜ਼ਰੂਰੀ ਕਰ ਦਿੱਤਾ ਗਿਆ ਕਿ ਜੇ ਕੋਈ ਸਟੂਡੈਂਟ ਆਉਂਦਾ ਤਾਂ ਪਹਿਲਾਂ ਉਹ ਤੋਂ ਪੁੱਛਿਆ ਜਾਂਦਾ ਕਿ ਤੂੰ ਆਪਣਾ ਜਿਹੜੇ ਸਕੂਲ 'ਚ ਤੂੰ ਜਾ ਰਿਹਾ ਦਿਖਾ ਕਿ ਉਹ ਪਬਲਿਕ ਹੈਲਥ ਵਾਲੀ ਲਿਸਟ ਹੈ, ਤਾਂ ਹੀ ਉਹਨੂੰ ਜਹਾਜ਼ ਹੈ ਜਿਹੜਾ ਉਹ ਚੜ੍ਹਨ ਦਿੱਤਾ ਜਾਂਦਾ ਹੈਗਾ ਜੀ। ਸੋ ਜੇ ਉਹਨਾਂ ਦੇ ਪੜ੍ਹਾਈ 'ਚੋਂ 60% ਤੋਂ ਉੱਤੇ ਨੰਬਰ ਨੇ ਜੀ, 6.5 ਬੈਂਡ ਹੈਗੇ ਆ, ਜ਼ਰੂਰ ਅਪਲਾਈ ਕਰ ਸਕਦੇ ਨੇ। ਉਹ ਪਿਛਲੇ ਸੈਪਟੰਬਰ ਤੋਂ ਹੀ ਅਪਲਾਈ ਕਰ ਸਕਦੇ ਸੀ। ਬਿਲਕੁਲ ਜੀ, ਕਾਫੀ ਕਾਲਰਸ ਇਸ ਵਕਤ ਸਾਡੇ ਨਾਲ ਹੋਲਡ ਤੇ ਨੇ, ਉਹਨਾਂ ਨੂੰ ਇੱਕ ਕਰਕੇ ਅਸੀਂ ਚਾਹੁੰਦੇ ਹਾਂ ਕਿ ਕਾਲ ਫਾਰਵਰਡ ਕੀਤੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਬੈਂਪਟਨ ਤੋਂ। ਕੀ ਸਵਾਲ ਹੈ? ਹਾਂਜੀ, ਮੇਰਾ ਸਵਾਲ ਆ, ਮੇਰੇ ਨਾ ਹਸਬੈਂਡ ਦੀ ਮਾਸੀ ਜੀ ਇੱਥੇ, ਉਹਨਾਂ ਦਾ ਵਿਜ਼ਟਰ ਵੀਜ਼ਾ ਲਵਾਇਆ ਸੀਗਾ, 10 ਸਾਲ ਦਾ ਲੱਗਿਆ ਹੋਇਆ, ਤੇ ਅਸੀਂ ਉਹਨਾਂ ਨੂੰ ਸੱਦ ਸਕਦੇ ਹਾਂ ਇੱਥੇ? ਹਾਂਜੀ, ਉਹ ਐਕਸਟੈਂਡਡ ਫੈਮਿਲੀ ਹੈਗੇ ਨੇ। ਜਿਵੇਂ ਮੈਂ ਪਹਿਲਾਂ ਵੀ ਆਪ ਜੀ ਨੂੰ ਜਾਣਕਾਰੀ ਦਿੱਤੀ ਸੀਗੀ ਕਿ ਉਹਨਾਂ ਨੂੰ 2 ਇਜਾਜ਼ਤ ਲੈਣੀਆਂ ਪੈਣੀਆਂ ਨੇ। ਸੋ ਜੇ ਤਾਂ ਉਹਨਾਂ ਦੀ ਭੈਣ ਉਹਨਾਂ ਨੂੰ ਸੱਦ ਰਹੀ ਹੈਗੀ ਹੈ, ਉਹ ਹੈਗੀ ਹੈ ਇਮੀਡੀਏਟ ਫੈਮਿਲੀ ਮੈਂਬਰ, ਇਮੀਡੀਏਟ ਉਹ ਉਹਨਾਂ ਦੀ ਭੈਣ ਹੈ, ਉਹ ਸਿਬਲਿੰਗ ਹੈ, ਤਾਂ ਉਹਨਾਂ ਨੂੰ ਇੱਕ ਇਜਾਜ਼ਤ ਸਿਰਫ ਲੈਣੀ ਪੈਣੀ ਹੈ। ਉਹ ਜਿਹੜੀ ਇਜਾਜ਼ਤ ਹੈ ਸਿਰਫ ਇਮੀਗ੍ਰੇਸ਼ਨ ਮਹਿਕਮੇ ਤੋਂ ਲੈਣੀ ਪੈਣੀ ਹੈ। ਪਰ ਜੇ ਤੁਸੀਂ ਉਹਨੂੰ ਸੱਦਣਾ ਚਾਹੁੰਦੇ ਹੋ, ਉਹ ਐਕਸਟੈਂਡਡ ਫੈਮਿਲੀ ਹੈ, ਫਿਰ ਤੁਹਾਨੂੰ 2 ਇਜਾਜ਼ਤ ਲੈਣੀਆਂ ਪੈਣੀਆਂ ਨੇ। ਪਹਿਲੀ ਪਬਲਿਕ ਹੈਲਥ ਮਹਿਕਮੇ ਤੋਂ, ਉਹ ਵੀ ਅਸੈਂਸ਼ੀਅਲ ਰੀਜ਼ਨ ਹੋਣਾ ਚਾਹੀਦਾ, ਅਤੇ ਦੂਜੀ ਜਿਹੜੀ ਇਜਾਜ਼ਤ ਆ ਉਹ ਇਮੀਗ੍ਰੇਸ਼ਨ ਮਹਿਕਮੇ ਤੋਂ ਲੈਣੀ ਪੈਣੀ ਹੈ। ਸੋ ਡਿਪੈਂਡ ਕਰੂਗਾ ਕਿ ਇਨਵਾਈਟ ਤੁਸੀਂ ਭੇਜਦੇ ਹੋ ਤੁਸੀਂ ਆਪਣੀ ਮਾਸੀ ਨੂੰ, ਜਾਂ ਮਾਸੀ ਦੀ ਭੈਣ ਉਹਨੂੰ ਇਨਵਾਈਟ ਭੇਜਦੀ ਹੈ। ਫਿਰ ਜਿਹੜਾ ਕਾਗਜ਼ ਪੱਤਰ ਦਾ ਪ੍ਰੋਸੈਸ ਹੈ ਉਹ ਘੱਟ ਹੈ ਜੇ ਉਹਦੀ ਭੈਣ ਭੇਜਦੀ ਹੈ, ਪਰ ਜੇ ਤੁਸੀਂ ਭੇਜਦੇ ਹੋ ਤਾਂ ਕਾਗਜ਼ ਪੱਤਰ ਦਾ ਪ੍ਰੋਸੈਸ ਹੈ ਉਹ ਲੰਬਾ ਪ੍ਰੋਸੈਸ ਹੈ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਬਾਕੀ ਸਾਡੇ ਦਰਸ਼ਕ ਕੁਝ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਟੋਰਾਂਟੋ ਤੋਂ ਬੋਲ ਰਿਹਾ ਹਾਂ। ਜਸਟ ਰਿਟਰਨਿੰਗ ਕਾਲ। ਮੈਂ ਉਹਦੇ ਸਾਹਿਬ ਨਾਲ ਉਹਨੇ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਮੈਂਸ਼ਨ ਕੀਤਾ ਸੀ ਕਿ ਮੈਂ ਇਸ ਰਿਗਾਰਡਿੰਗ ਮਾਈ ਕਜ਼ਨ ਬ੍ਰਦਰ, ਤੇ ਮੇਰੇ ਭੂਆ ਜੀ ਦਾ ਲੜਕਾ ਹੈ, ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਐਕਸਪਲੇਨ ਕੀਤਾ ਕਿ there is no ਐਨੀ ਮੈਡੀਕਲ reason for that,
ਮੈਂ ਉਹ ਨਹੀਂ ਹੈ। ਇਹਦੇ ਲਈ ਸਾਨੂੰ ਵੇਟ ਕਰਨਾ ਪਏਗਾ ਕਿ ਐਪਲੀਕੇਸ਼ਨ ਲਗਾਉਣ ਲਈ, ਕਿਉਂਕਿ ਇਟਸ ਨਾਟ ਅ ਮੈਡੀਕਲ ਰੀਜ਼ਨ ਬਟ ਇਟਸ ਲਾਈਕ ਅ ਫੈਮਿਲੀ ਥੋੜਾ ਜਿਹਾ ਫੰਕਸ਼ਨ ਹੈ, ਉਸ ਕਰਕੇ ਹੈ। ਤੇ ਪਲੱਸ ਇਹਦੇ 'ਚ ਕੋਈ ਆਪਸ਼ਨ ਹੈ for any business entrepreneurs ਦੇ ਲਈ ਕਿ if they want to stay here as a if they can willingly ਆਪਣੇ ਦੱਸਣਾ ਚਾਹ ਰਹੇ ਕਿ they want to apply for a work permit ਜਾਂ open work permit ਦੇ ਲਈ, ਤਾਂ ਕਿ ਉਹਨਾਂ ਨੂੰ ਕੁਝ opportunities ਮਿਲ ਸਕਣ or by the government ਕਿ ਉਹਨਾਂ ਨੂੰ ਕੁਝ ਉਹਦੇ ਲਈ ਕੋਈ option ਹੈ, ਕੋਈ ਏਦਾਂ ਦਾ ਕਿ is any government program is running on for that। ਇਹ ਚੀਜ਼ ਦੇ ਬਾਰੇ ਥੋੜਾ ਪੁੱਛਣਾ ਸੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਉਹ ਮੇਰੇ ਭੂਆ ਜੀ ਦੇ ਲੜਕੇ ਹੈ ਜਿੱਦਾਂ ਹੀ ਮੇਰੇ ਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਕਾਲ ਕਰਨ ਲਈ ਸ਼ੁਕਰੀਆ ਜੀ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਹਰਗੋਬਿੰਦਰ ਸਿੰਘ ਬੋਲਦਾ ਵਿਨੀਪੈਗ ਤੋਂ। ਜੀ ਸਰ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀ ਗੁਰਪ੍ਰੀਤ ਸਰ ਨੂੰ ਕਿ ਇਮੀਗ੍ਰੇਸ਼ਨ ਬਾਰੇ ਕੁਝ ਕੁਐਸਚਨ ਪੁੱਛਣਾ ਸੀ। ਜੀ ਸਰ, ਰੱਖੋ ਸਵਾਲ। ਕੀ ਸਵਾਲ ਹੈ? ਹਾਂਜੀ, ਐਕਚੁਅਲੀ ਪੁੱਛਣਾ ਸੀ ਮੈਨੀਟੋਬਾ ਦੇ ਜਿਹੜੇ ਓਵਰਸੀਜ਼ ਦੇ ਸਕਿਲਡ ਵਰਕਰ ਸੀ ਨਾ, ਜਿਹੜੇ ਓਪਨ ਹੁੰਦੇ ਸੀਗੇ ਆਊਟ ਆਫ ਕੈਨੇਡਾ, ਇੰਡੀਆ ਤੋਂ, ਜਦੋਂ ਆਪਾਂ ਇੱਥੋਂ ਸਪਾਂਸਰ ਕਰਦੇ ਕਿਸੇ ਫੈਮਿਲੀ ਮੈਂਬਰ ਨੂੰ, ਤਾਂ ਉਹ ਕਦੋਂ ਰੀਓਪਨ ਹੋਣਗੇ? ਉਹਨਾਂ ਦੀ ਅਸੀਂ ਵੇਟ ਕਰਦੇ ਪਏ ਸੀ, ਉਹਦੇ ਬਾਰੇ ਪੁੱਛਣਾ ਸੀ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਰ, ਜਿਨ੍ਹਾਂ ਨੇ ਪਹਿਲਾਂ ਟੋਰਾਂਟੋ ਤੋਂ ਕਾਲ ਕੀਤੀ ਸੀ ਉਹਨਾਂ ਦਾ ਹੀ ਗੱਲ ਕਰ ਜੀ ਬਿਲਕੁਲ। ਸੋ ਜਿਹੜਾ ਇਹ ਰੀਜ਼ਨ ਹੈ ਕਿ ਕੋਈ ਫੈਮਿਲੀ ਫੰਕਸ਼ਨ ਹੈ, ਉਹ ਟੈਕਨੀਕਲੀ ਜਿਹੜਾ ਨਹੀਂ ਮੰਨਿਆ ਜਾਊਗਾ ਜੀ, ਕਿਉਂਕਿ ਆਪਾਂ ਇਸ ਵੇਲੇ ਜਿਹੜਾ ਸਟੇ ਹੋਮ ਆਰਡਰ ਹੈਗਾ ਆਪਾਂ ਨੂੰ, ਜਿਹੜੀ ਲੋਕਡਾਊਨ ਦੀ ਚੱਲ ਰਹੀ ਹੈ, ਸੋ ਆਪਾਂ ਨਹੀਂ ਵਿਜ਼ਿਟ ਕਰ ਸਕਦੇ। ਉਹ ਤਾਂ ਪੋਸੀਬਿਲਿਟੀ ਹੀ ਨਹੀਂ ਹੈਗੀ ਹੈ, ਉਹ ਆਫ ਦ ਟੇਬਲ ਹੈ, ਉਹਨਾਂ ਨੂੰ ਬਿਲਕੁਲ ਆਉਣ ਦੀ ਇਜਾਜ਼ਤ ਨਹੀਂ ਮਿਲੂਗੀ। ਅਤੇ ਦੂਜਾ ਜਿਹੜਾ ਉਹਨਾਂ ਦਾ ਹਿੱਸਾ ਸਵਾਲ ਸੀ ਕਿ ਉਹ ਅੱਗੇ ਐਂਟਰਪ੍ਰੇਨਿਓਰ ਜਾਂ ਵਰਕ ਪਰਮਿਟ ਲਈ ਅਪਲਾਈ ਕਰਨੇ ਪੈਣਗੇ। ਸੋ ਗਵਰਨਮੈਂਟ ਤਾਂ ਐਸਾ ਕੋਈ ਪ੍ਰੋਗਰਾਮ ਨਹੀਂ ਕਿ ਵਿਜ਼ਿਟਰ ਨੂੰ ਆ ਕੇ ਓਪਨ ਵਰਕ ਪਰਮਿਟ ਹੈ ਜਿਹੜਾ ਦੇ ਦਿੱਤਾ ਜਾਵੇ ਜੀ। ਉਹ ਡਿਪੈਂਡ ਕਰਦਾ ਇੰਡੀਵਿਜੂਅਲ ਦੀਆਂ ਸਰਕਮਸਟੈਂਸਿਸ ਦੇ ਉੱਤੇ। ਸੋ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਕਿ ਉਹਦੀ ਪੜ੍ਹਾਈ ਲਿਖਾਈ ਕਿੰਨੀ ਹੈ, ਉਹਦਾ ਐਕਸਪੀਰੀਅੰਸ ਕਿੰਨਾ ਹੈ, ਉਹਦੀ ਲੈਂਗੁਏਜ ਐਬਿਲਿਟੀ ਕਿਹੋ ਜਿਹੀ ਹੈ, ਉਹਦੇ ਅੰਗਰੇਜ਼ੀ 'ਚੋਂ ਕਿੰਨੇ ਨੰਬਰ ਹੈਗੇ ਆ, ਉਹ ਜੇ ਉਹ ਇਨਵੈਸਟਰ ਦੇ ਤੌਰ 'ਤੇ ਆਉਣਾ ਚਾਹੁੰਦਾ ਉਹਦਾ ਨੈਟਵਰਥ ਕਿੰਨਾ ਹੈਗਾ। ਸੋ ਕਾਫੀ ਬਰੋਡ ਜਿਹੜੀਆਂ ਉਹਦੀਆਂ ਰਿਕੁਆਇਰਮੈਂਟਸ ਨੇ, ਜਿਹੜੀਆਂ ਉਹੀ ਡਿਸਾਈਡ ਕਰ ਸਕਣਗੀਆਂ ਕਿ ਉਹ ਕਿਹੜੇ ਪ੍ਰੋਗਰਾਮ ਲਈ ਅੱਗੇ ਕੁਆਲੀਫਾਈ ਕਰ ਸਕਣਗੇ। ਉਹ ਮੇਰੀ ਕਾਲਰ ਨੂੰ ਸਲਾਹ ਹੈਗੀ ਆ ਕਿ ਸਾਡੇ ਆਫਿਸ ਨੂੰ ਕੰਟੈਕਟ ਕਰਨ ਜੀ। ਉਹ ਤੋਂ ਬਾਅਦ ਇੱਕ ਅਸੈਸਮੈਂਟ ਫਾਰਮ ਹੈਗਾ, ਉਹ ਉਹਨਾਂ ਨੂੰ ਭੇਜ ਦਿੱਤਾ ਜਾਊਗਾ। ਉਹ ਸਾਰੀ ਜਾਣਕਾਰੀ ਆਪਦੀ ਕੰਮ ਬਾਰੇ, ਪੜ੍ਹਾਈ ਬਾਰੇ, ਆਪਦੇ ਨੈਟਵਰਥ ਬਾਰੇ ਸਾਰੀ ਜਾਣਕਾਰੀ ਭਰ ਕੇ ਭੇਜਣਗੇ। ਉਸ ਤੋਂ ਬਾਅਦ ਇਹ ਦੇਖਿਆ ਜਾਊਗਾ ਕਿ ਉਹ ਕਿਹੜੇ ਪ੍ਰੋਗਰਾਮ ਲਈ ਕੁਆਲੀਫਾਈ ਕਰਦੇ ਹੈਗੇ ਆ। ਸੋ ਐਜ਼ ਸੱਚ ਕੋਈ ਪ੍ਰੋਗਰਾਮ ਨਹੀਂ ਕਿ ਵਿਜ਼ਿਟਰ ਆਇਆ ਤੇ ਉਹਨੂੰ ਓਪਨ ਵਰਕ ਪਰਮਿਟ ਮਿਲ ਜਾਵੇ, ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਨੈਕਸਟ ਵਿਨੀਪੈਗ ਤੋਂ ਹਰਗੋਬਿੰਦਰ ਦੀ ਕਾਲ ਆਈ ਸੀ। ਉਹ ਪੁੱਛਣਾ ਚਾਹੁੰਦੇ ਸੀ ਮੈਰਿਜ ਤੋਂ ਬਾਅਦ ਜਿਹੜੇ ਆਊਟ ਆਫ ਕੈਨੇਡਾ ਵਾਲਿਆਂ ਲਈ ਕੋਈ ਜੀ ਬਿਲਕੁਲ। ਸੋ ਜਿਹੜੇ ਐਪਲੀਕੇਸ਼ਨ ਡਰਾ ਦੀ ਗੱਲ ਕਰ ਰਹੇ ਨੇ ਜੀ, ਸੋ ਜਿੰਨਾ ਚਿਰ ਇਹ ਪਿਛਲੇ ਸਮੇਂ ਤੋਂ ਵੀ ਆਪਾਂ ਦੇਖਦੇ ਆ ਰਹੇ ਹਾਂ ਕਿ ਗਵਰਨਮੈਂਟ ਆਫ ਮੈਨੀਟੋਬਾ ਨੇ ਜਿਹੜਾ ਇਹਦੇ ਉੱਤੇ ਕੋਈ ਬਹੁਤਾ ਕੰਮ ਨਹੀਂ ਕੀਤਾ ਹੈਗਾ। ਉਹਦਾ ਜਿਹੜਾ ਰੀਜ਼ਨ ਹੈਗਾ ਉਹ ਮੇ ਬੀ ਜਿਹੜੀ ਪੈਂਡੇਮਿਕ ਸਿਚੁਏਸ਼ਨ ਹੈ ਉਹੀ ਹੈਗੀ ਹੈ। ਹਾਲੇ ਤੱਕ ਉਹਨਾਂ ਨੇ ਕੋਈ ਅਨਾਊਂਸਮੈਂਟ ਵੀ ਨਹੀਂ ਕੀਤਾ ਕਿ ਉਹ ਕਦੋਂ ਤੋਂ ਇਹ ਅੱਗੇ ਪ੍ਰੋਗਰਾਮ ਨੂੰ ਸ਼ੁਰੂ ਕਰਨਗੇ ਜਾਂ ਕਦੋਂ ਤੋਂ ਦੁਬਾਰੇ ਇਹਦੇ ਉੱਤੇ ਕੰਮ ਕਰਨਾ ਜਿਹੜਾ ਸ਼ੁਰੂ ਕਰਨਗੇ। ਕਿਉਂਕਿ ਤਰਨ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਜਿਹੜੀ ਪ੍ਰਾਇੋਰਿਟੀ ਹੈਗੀ ਹੈ ਉਹ ਵਿਦਨ ਕੈਨੇਡਾ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਦਿੱਤੀ ਜਾ ਰਹੀ ਹੈ। ਚਾਹੇ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਦੇਖ ਲਿਆ ਜਾਵੇ, ਚਾਹੇ ਉਹਨਾਂ ਦੇ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਨੂੰ ਦਿੱਤਾ ਜਾਵੇ, ਜਾਂ ਜਿਹੜੀਆਂ ਛੋਟਾਂ ਨੇ ਜੇ ਕੋਈ ਛੋਟ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਵਿਦਨ ਕੈਨੇਡਾ ਕ੍ਰਾਈਟੇਰੀਆ 'ਚ ਜ਼ਿਆਦਾ ਦਿੱਤੀਆਂ ਜਾ ਰਹੀਆਂ ਨੇ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈਗਾ ਟਰੈਵਲ ਰਿਸਟ੍ਰਿਕਸ਼ਨਸ, ਕਿਉਂਕਿ ਜਿਹੜੇ ਬਾਹਰ ਲੋਕ ਨੇ ਉਹਨਾਂ ਨੂੰ ਆ ਕੇ ਇੱਥੇ ਕੁਆਰੰਟੀਨ ਵੀ ਕਰਨਾ ਪੈਣਾ ਹੈ ਅਤੇ ਫਿਰ ਕਈ ਲੋਕ ਆ ਸਕਦੇ ਆ, ਕਈ ਲੋਕ ਨਹੀਂ ਆ ਸਕਦੇ। ਉਹ ਵੀ ਇੱਕ ਜਿਹੜਾ ਮਸਲਾ ਹੈਗਾ। ਪਰ ਬਹੁਤ ਵਧੀਆ ਗੱਲ ਹੋਈ ਹੈ ਜੀ, ਜਿਹੜੇ ਸਪਾਊਸਲ ਕੇਸਿਸ ਹੈਗੇ ਨੇ, ਵਿਆਹ ਵਾਲੇ ਕੇਸ ਨੇ, ਉਹਨਾਂ ਨੂੰ ਹੁਣ ਜਦੋਂ ਵੀਜ਼ਾ ਮਿਲਦਾ ਅਤੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਹੈਗੀ। ਇਹ ਬਹੁਤ ਵਧੀਆ ਕੰਮ ਹੈ ਜਿਹੜਾ ਹੋਇਆ ਹੈਗਾ ਅਤੇ ਇਹਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਹੋ ਰਿਹਾ ਹੈ। ਦੂਜਾ ਇਹਨੂੰ ਜੇ ਰਿਫਲੈਕਟ ਕਰਕੇ ਦੇਖੀਏ, ਜਿਵੇਂ ਮੈਂ ਅਕਸਰ ਦੱਸਦਾ ਹੁੰਦਾ, ਜਿਹਦੇ ਕੋਲ ਵੋਟ ਪਾਉਣ ਦਾ ਅਧਿਕਾਰ ਹੈ ਜੀ ਉਹਦੀ ਪਹਿਲਾਂ ਸੁਣੀ ਜਾਣੀ ਹੈ। ਅਤੇ ਹੁਣ ਲੱਗਦਾ ਇਲੈਕਸ਼ਨ ਵੀ ਜਲਦੀ ਹੋ ਜਾਣੀ ਹੈ। ਸੋ ਵੱਧ ਤੋਂ ਵੱਧ ਵੋਟਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਜਿਹੜੀ ਉਹ ਹੋਊਗੀ ਜੀ। ਬਿਲਕੁਲ ਜੀ। ਅਸੀਂ ਨੈਕਸਟ ਕਾਲਰ ਲਵਾਂਗੇ। ਸਾਡੇ ਇੱਕ ਦਰਸ਼ਕ ਇੱਥੇ ਪੁੱਛ ਰਹੇ ਨੇ, ਕਹਿੰਦੇ ਆਟਵਾ ਦੀ ਐਪਲੀਕੇਸ਼ਨ ਪ੍ਰੋਸੈਸਿੰਗ 'ਚ ਡਿਲੇ ਕਿਉਂ ਹੋ ਰਿਹਾ ਜਦਕਿ ਵੈਨਕੂਵਰ ਵਾਲੀਆਂ ਫਾਸਟ ਹੋ ਰਹੀਆਂ? ਇਹਦੇ ਬਾਰੇ ਪੁੱਛਾਂਗੇ ਜੀ। ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬੇਟੇ ਪੁੱਛਣਾ ਸੀ ਤਾਂ ਵੀ ਆਪਣੇ ਜਿਹੜਾ ਇਹਨਾਂ ਨੇ ਦੱਸਿਆ ਪਬਲਿਕ ਹੈਲਥ ਸਕੂਲ ਹੋਵੇ ਤਾਂ ਅੰਦਰ ਜਿਹੜਾ 6 ਨੰਬਰ ਆਏ ਹੁਣ ਉਹ ਵੀ ਆ ਸਕਦਾ ਹੈ, ਚਾਹੇ ਵੀ ਮਤਲਬ ਜਿਹੜਾ
ਕਿਚਨ ਦੇ ਵਿੱਚ ਕੌਨਸਟੋਗਾ ਜਿਹੜਾ ਸਕੂਲ ਆ ਉਹ ਮਤਲਬ ਵੀ ਪਬਲਿਕ ਹੈਲਥ ਦੇ ਵਿੱਚ ਆਉਂਦਾ ਹੈ? ਜੀ ਜ਼ਰੂਰ, ਬਿਲਕੁਲ ਸਹੀ, ਬਿਲਕੁਲ ਸਹੀ ਜੀ, ਬਿਲਕੁਲ ਸਹੀ। ਮੈਂ ਉਹਨਾਂ ਦਾ ਸਵਾਲ ਤੁਸੀਂ ਸਮਝ ਟੀਵੀ ਗਿਆ। ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਓਕੇ। ਨੈਕਸਟ ਕਾਲਰ ਜੁੜ ਗਏ ਨੇ ਸਰ। ਮੈਨੂੰ ਵੈਸੇ ਸਵਾਲ ਸਮਝ ਨਹੀਂ ਆਇਆ। ਮੈਨੂੰ ਸਵਾਲ ਸਮਝ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ, ਲਾਈਵ ਚੱਲਦਾ ਜਾਂ ਜੀ ਬਿਲਕੁਲ ਨਹੀਂ ਜੀ, ਲਾਈਵ ਪ੍ਰੋਗਰਾਮ ਚੱਲ ਰਿਹਾ। ਤੁਹਾਡਾ ਕੀ ਸਵਾਲ ਹੈ, ਤੁਸੀਂ ਲਾਈਵ ਪ੍ਰੋਗਰਾਮ 'ਚ ਪੁੱਛ ਸਕਦੇ ਹੋ। ਠੀਕ ਹੈ ਮੈਡਮ, ਮੇਰਾ ਸਵਾਲ ਇਹ ਸੀਗਾ ਤੁਹਾਡੇ ਕੋਲ ਪੁੱਛਣਾ ਜਾਂ ਉੱਥੇ ਨਹੀਂ ਜੀ, ਤੁਸੀਂ ਔਨ 에ਅਰ ਹੋ ਜੀ, ਤੁਹਾਡੀ ਆਵਾਜ਼ ਔਨ ਮੈਨੂੰ ਤੁਹਾਡੀ ਆਵਾਜ਼ ਮੈਨੂੰ ਆਵਾਜ਼ ਸੁਣ ਰਹੀ ਹੈ ਜੀ ਤੁਹਾਡੀ। ਠੀਕ ਹੈ ਠੀਕ ਹੈ। ਕੁਐਸਚਨ ਮੇਰਾ ਇਹ ਹੈ ਜੀ ਕਿ ਮੈਡਮ ਐਕਚੁਅਲੀ ਨਾ ਮੈਂ ਪਤਾ ਕਰਨਾ ਸੀਗਾ, ਜਿਹੜੇ ਆਪਾਂ ਇੰਡੀਆ ਤੋਂ ਜਿਹੜਾ ਆਪਣੀ ਵਾਈਫ ਨੂੰ ਅਪਲਾਈ ਕਰਿਆ ਹੋਇਆ ਨਾ, ਉਹਦੇ ਲਈ ਕੀ ਆਪਣਾ ਕਾਫੀ ਕੁਝ ਤਾਂ ਹੋ ਚੁੱਕਿਆ, ਤਕਰੀਬਨ ਸਾਡੇ ਵੱਲੋਂ ਸਭ ਕੁਝ ਹੋ ਚੁੱਕਿਆ, ਪਰ ਤਕਰੀਬਨ 1 ਸਾਲ ਤੋਂ ਸ਼ਾਇਦ ਫਾਈਲ ਅੜੀ ਹੋਈ ਹੈ ਨਾ, ਉਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ। ਕੋਈ ਪ੍ਰੋਸੈਸ ਕਰ ਰਹੇ ਨੇ ਜਾਂ ਸਟਾਪ ਕਰਿਆ ਹੈ ਪ੍ਰੋਸੈਸ? ਜੀ ਸੋ ਤੁਹਾਡੀ ਜਿਹੜੀ ਫਾਈਲ ਆ ਉਹ ਨਵੀਂ ਦਿੱਲੀ ਚਲੀ ਗਈ ਹੈ ਜੀ ਜਾਂ ਹਾਲੇ ਵਿਦਨ ਕੈਨੇਡਾ ਹੀ ਹੈਗੀ ਹੈ ਜੀ? ਨਹੀਂ, ਫਾਈਲ ਚਲੇ ਗਈ ਹੈ ਮੇਰੀ। ਕੁਬੈਕ ਸਿਲੈਕਸ਼ਨ ਹੋਈ ਤਕਰੀਬਨ 9 ਮਹੀਨੇ ਹੋ। ਹਾਂਜੀ, ਸਿਲੈਕਸ਼ਨ ਤੋਂ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਮਹਿਕਮੇ ਨੇ, ਗਵਰਨਮੈਂਟ ਆਫ ਕੈਨੇਡਾ ਦੇ ਜਿਹੜਾ ਮਹਿਕਮਾ ਹੈਗਾ, ਉਹਨੇ ਚਿੱਠੀ ਭੇਜੀ ਕਿ ਤੁਸੀਂ ਸਪਾਂਸਰ ਦੀਆਂ ਰਿਕੁਆਇਰਮੈਂਟ ਪੂਰੀਆਂ ਕਰ ਲਈਆਂ ਨੇ ਤੇ ਹੁਣ ਤੁਹਾਡੀ ਫਾਈਲ ਆ ਓਵਰਸੀਜ਼ ਦਫ਼ਤਰ ਨੂੰ ਭੇਜਤੀ ਹੈ। ਚਿੱਠੀ ਤੁਹਾਨੂੰ ਆ ਚੁੱਕੀ ਹੈ ਜਾਂ ਨਹੀਂ ਆ ਚੁੱਕੀ ਹਾਲੇ? ਹਾਂਜੀ, ਇਹ ਆ ਚੁੱਕੀ ਹੈ ਕਿ ਫਾਈਲ ਸਾਡੀ ਜਿਹੜੀ ਉਹ ਦਿੱਲੀ ਜਾ ਚੁੱਕੀ ਹੈ। ਹਾਂਜੀ, ਕਦੋਂ ਆਈ ਸੀ ਚਿੱਠੀ? ਇਹ ਸਾਨੂੰ ਤਕਰੀਬਨ 6 ਮਹੀਨੇ ਤੋਂ ਉੱਪਰ ਹੋ ਗਏ। ਹਾਂਜੀ ਜ਼ਰੂਰ। ਮੈਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਸਰ ਜਿਨ੍ਹਾਂ ਦੀ ਕੌਨਸਟੋਗਾ ਦੇ ਬਾਰੇ ਵਿੱਚ ਕੋਈ ਕਾਲ ਆਈ ਸੀ। ਬਿਲਕੁਲ ਜੀ। ਉਹ ਐਕਚੁਅਲੀ ਜਦ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਪਬਲਿਕ ਹੈਲਥ ਮਹਿਕਮੇ ਵੱਲੋਂ ਮਨਜ਼ੂਰੀ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਇਨ ਪਰਸਨ ਕਲਾਸ ਲੈ ਸਕਦੇ ਹੋ। ਸੋ ਐਕਚੁਅਲੀ ਉਹਨਾਂ ਦਾ ਜਿਹੜਾ ਸਵਾਲ ਸੀ ਉਹ ਕੌਨਸਟੋਗਾ ਕਾਲਜ ਨੂੰ ਲੈ ਕੇ ਸੀ, ਜਿਹੜਾ ਕਿਚਨਰ ਦੇ ਵਿੱਚ ਹੈ, ਕਿ ਕੀ ਉਹ ਪਬਲਿਕ ਹੈਲਥ ਦੀ ਮਨਜ਼ੂਰੀ ਦੇ ਥੱਲੇ ਹੈਗਾ? ਹਾਂਜੀ, ਉਹ ਬਿਲਕੁਲ ਮਨਜ਼ੂਰੀ ਦੇ ਥੱਲੇ ਹੈਗਾ। ਤੇ ਤੁਹਾਨੂੰ ਇੱਥੋਂ ਇਨ ਪਰਸਨ ਕਲਾਸ ਲਾਉਣ ਦੀ ਇਜਾਜ਼ਤ ਹੋਊਗੀ, ਤੁਸੀਂ ਕੈਨੇਡਾ ਟਰੈਵਲ ਕਰ ਸਕੋਗੇ। ਬਹੁਤ ਸਾਰੇ ਲੋਕਾਂ ਦਾ ਇਹ ਭੁਲੇਖਾ ਹੈ ਕਿ ਜੇ 6 ਬੈਂਡ ਹੈਗੇ ਨੇ ਤਾਂ ਉਹਨਾਂ ਨੂੰ ਸਟੱਡੀ ਪਰਮਿਟ ਹੈ ਜਿਹੜਾ ਉਹ ਮਿਲ ਚੁੱਕਾ। ਇਹ ਬਿਲਕੁਲ ਕੋਈ ਇਟਸੈਲਫ ਕ੍ਰਾਈਟੇਰੀਆ ਨਹੀਂ ਹੈਗਾ। ਇਹ ਆਪਦੇ ਆਪ 'ਚ ਇੱਕ ਰਿਕੁਆਇਰਮੈਂਟ ਨਹੀਂ ਹੈਗੀ, ਇਹ ਬਹੁਤ ਸਾਰੀਆਂ ਦੇ ਵਿੱਚੋਂ ਇੱਕ ਰਿਕੁਆਇਰਮੈਂਟ ਹੈਗੇ। ਆਪਦੇ ਇਹ ਨਹੀਂ ਹੈਗਾ ਕਿ 6.5 ਹੋ ਗਏ ਜਾਂ 6 ਹੋ ਗਏ ਤੇ ਤੁਹਾਨੂੰ ਵੀਜ਼ਾ ਮਿਲ ਜਾਊਗਾ, ਬਿਲਕੁਲ ਇੱਦਾਂ ਨਹੀਂ ਹੈਗਾ। ਮੈਂ ਕਈ ਵਾਰੀ ਇੰਡੀਅਨ ਟੈਲੀਵਿਜ਼ਨ ਪ੍ਰੋਗਰਾਮਸ ਦੇਖਦਾ ਹੁੰਦਾ ਤੇ ਉੱਥੇ ਬਹੁਤ ਸਾਰੇ ਜਿਹੜੇ ਸਟੂਡੈਂਟ ਐਡਵਾਈਜ਼ਰ ਨੇ ਉਹ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਕਰਦੇ ਰਹਿੰਦੇ ਆ ਜੀ ਕਿ ਤੁਹਾਡੇ 6 ਬੈਂਡ ਆ ਗਏ, ਤੁਹਾਨੂੰ ਵੀਜ਼ਾ ਮਿਲ ਜਾਣਾ ਹੈ। ਹਾਂਜੀ, ਤਾਂ ਉਹ ਐਕਚੁਅਲੀ ਇੱਕ ਬਹੁਤ ਖਤਰਨਾਕ ਟ੍ਰੈਂਡ ਹੈਗਾ ਜਿੱਥੇ ਕਿ ਤੁਹਾਨੂੰ ਜਿਹੜੀ ਸਹੀ ਜਾਣਕਾਰੀ ਹੈ ਉਹ ਨਹੀਂ ਮਿਲਦੀ, ਮਿਸ ਇਨਫੋਰਮੇਸ਼ਨ ਹੈ ਜਾਂ ਡਿਸਇਨਫੋਰਮੇਸ਼ਨ ਹੈ ਉਹ ਮਿਲਦਾ ਹੈਗਾ। ਤਾਂ ਉਹਦੇ ਸਭ ਕ੍ਰਾਈਟੇਰੀਆ ਹੈ ਕਿ ਤੁਹਾਡੇ ਕੋਲ ਲੈਂਗੁਏਜ ਐਬਿਲਿਟੀ ਹੋਣੀ ਚਾਹੀਦੀ ਹੈ। ਸੋ 6 ਬੈਂਡ ਉਹਨਾਂ ਲੋਕਾਂ ਲਈ ਨੇ ਜਿਹਨੇ ਸਿਰਫ 12 ਜਮਾਤ ਕੀਤੀ ਹੈ। ਜੇ ਤੁਸੀਂ ਬੈਚਲਰਸ ਕੀਤੀ ਹੈ ਫਿਰ 6 ਬੈਂਡ ਇਨਫ ਨਹੀਂ ਹੈਗੇ। ਤੇ ਦੂਜਾ, ਕੈਨੇਡਾ ਦਾ ਜਿਹੜਾ ਪਾਸਿੰਗ ਗ੍ਰੇਡ ਹੈਗਾ ਉਹ 60% ਹੈ। ਸੋ 60% ਤੋਂ ਤੁਹਾਡੇ 12ਵੀਂ ਜਮਾਤ ਜਾਂ ਉਹ ਤੋਂ ਬਾਅਦ ਵਾਲਿਆਂ ਦੇ ਵਿੱਚ ਨੰਬਰ ਆਉਣੇ ਚਾਹੀਦੇ ਨੇ। ਜੇ 60% ਤੋਂ ਘੱਟ ਨੰਬਰ ਨੇ ਤਾਂ ਇਕੱਲੇ 6 ਬੈਂਡ ਇਨਫ ਨਹੀਂ ਹੋਣਗੇ ਜੀ। ਇਹ ਵੀ ਗੱਲ ਧਿਆਨ 'ਚ ਰੱਖਣ ਦੀ ਜ਼ਰੂਰਤ ਹੈਗੀ ਹੈ। ਸੋ ਅਪਲਾਈ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੇਖਿਆ ਜਾਵੇ ਕਿ ਮੈਂ ਕੁਆਲੀਫਾਈ ਕਰਦਾ ਜਾਂ ਨਹੀਂ ਕਰਦਾ। ਇਹਦੇ ਨਾਲ ਇਹ ਇਕੱਲਾ ਨਹੀਂ ਹੈਗਾ ਕਿ ਤੁਸੀਂ ਇਹ ਨੰਬਰ ਲੈ ਲਿਆ ਜਾਂ ਕਰ ਲਿਆ, ਉਹ ਤੋਂ ਬਾਅਦ ਤੁਸੀਂ ਜਿਹੜੀਆਂ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੇ ਉਹ ਵੀ ਪੂਰੀਆਂ ਕਰਨੀਆਂ ਨੇ। ਤੇ ਇਹ ਵੀ ਇੱਕ ਬਹੁਤ ਪਿਛਲੇ ਸਮੇਂ 'ਚ ਫਰਾਡ ਸਾਹਮਣੇ ਆਇਆ ਜਿੱਥੇ ਕਿ ਜਿਹੜੀ GIC ਹੈ ਉਹ ਜਿਹੜਾ ਤੁਹਾਡਾ ਐਡਵਾਈਜ਼ਰ ਹੈ ਉਹਨੇ ਭਰਤੀ ਹੈ ਤੇ ਬਾਅਦ 'ਚ ਉਹਨੂੰ ਵਿਡਰਾਅ ਕਰ ਲਿਆ। ਤੁਸੀਂ ਇੱਥੇ ਕੈਨੇਡਾ ਪਹੁੰਚੇ ਹੋ ਤਾਂ ਕਾਗਜ਼ ਹੀ ਨਹੀਂ ਸੀ ਜਾਂ ਕਾਲਜ 'ਚ ਤੁਹਾਡਾ ਐਡਮਿਸ਼ਨ ਨਹੀਂ ਸੀ। ਸੋ ਉਹ ਚੀਜ਼ਾਂ ਤੋਂ ਬਚ ਕੇ ਰਹਿਣ ਦੀ ਬਹੁਤ ਜ਼ਰੂਰਤ ਹੈਗੀ ਹੈ। ਤੇ ਇੱਕ ਨਵਾਂ ਜਿਹੜੀ ਚੀਜ਼ ਹੈ ਉਹਨੂੰ ਪੈਕੇਜ ਆਖਿਆ ਜਾਂਦਾ ਕਿ ਤੁਹਾਨੂੰ 5 ਲੱਖ ਤੋਂ 15 ਲੱਖ ਰੁਪਏ ਚਾਰਜ ਕਰਕੇ ਤੇ ਤੁਹਾਨੂੰ ਵੀਜ਼ਾ ਜਿਹੜਾ ਦਵਾ ਦਿੱਤਾ ਜਾਊਗਾ। ਉਹ ਸਰਕਮਸਟੈਂਸਸ ਤੁਹਾਨੂੰ ਬਹੁਤ ਬਚਣ ਦੀ ਜਿਹੜੀ ਜ਼ਰੂਰਤ ਹੈਗੀ ਹੈ ਕਿਉਂਕਿ ਜਿਹੜਾ ਕਾਲਜ ਦਾ ਏਜੰਟ ਹੈ ਉਹਨੇ ਫੀਸ ਕਾਲਜ ਤੋਂ ਲੈਣੀ, ਉਹ ਤੁਹਾਡੇ ਤੋਂ ਕੋਈ ਫੀਸ ਚਾਰਜ ਨਹੀਂ ਕਰ ਸਕਦਾ ਹੈਗਾ ਜੀ। ਸੋ ਜਿਹਾ ਜਿਹਾ ਹੋ ਰਿਹਾ ਤੁਸੀਂ ਆਪਣੇ ਕਾਲਜ ਨੂੰ ਉਹਦੀ ਰਿਪੋਰਟ ਜ਼ਰੂਰ ਕਰੋ। ਬਿਲਕੁਲ। ਹੁਣ ਕੀ ਕਰਕੇ ਅਸੀਂ ਸਵਾਲ ਲੈਣੇ ਸ਼ੁਰੂ ਕਰਦੇ ਹਾਂ। ਇੱਕ ਦਰਸ਼ਕ ਦਾ ਸਵਾਲ ਹੋਰ ਸੀ ਪਰ ਉਹਨਾਂ ਦਾ ਅਸੀਂ ਨਾਲ ਇਹਨਾਂ ਦੇ ਕਲੀਅਰ ਕਰਾਂਗੇ। ਹੈਲੋ ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਜਦੋਂ ਤੁਸੀਂ ਕਾਲ ਕਰਦੇ ਹੋ ਆਪਣੀ ਟੀਵੀ ਸਕਰੀਨ ਦੀ ਆਵਾਜ਼ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਸਰ ਇੱਕ ਨੇ ਕਿਹਾ ਸੀ ਉਹਨਾਂ ਦੀ ਵਾਈਫ ਦਾ ਅਪਲਾਈ ਕੀਤਾ ਹੋਇਆ ਇੰਡੀਆ ਤੋਂ ਤੇ ਸਾਲ ਹੋ ਗਿਆ ਅਜੇ ਤੱਕ ਕੁਝ ਨਹੀਂ ਆਇਆ। ਜੀ ਬਿਲਕੁਲ। ਐਕਚੁਅਲੀ ਉਹ ਆਪਦਾ ਜਿਹੜਾ ਟਾਈਮ ਕੈਲਕੂਲੇਟ ਕਰ ਰਹੇ ਨੇ ਉਹ ਕੈਲਕੂਲੇਟ ਕਰ ਰਹੇ ਨੇ ਉਹਨਾਂ ਨੇ ਜਦੋਂ ਅਪਲਾਈ ਕੀਤਾ ਸੀ ਉਦੋਂ ਤੋਂ। ਸੋ ਇਹ ਕ੍ਰਾਈਟੇਰੀਆ ਨਹੀਂ ਹੈਗਾ। ਸੋ ਜਿਹੜਾ ਪਹਿਲਾ ਹਿੱਸਾ ਹੈ, 2 ਹਿੱਸੇ ਹੁੰਦੇ ਆ ਸਪਾਊਸਲ ਸਪਾਂਸਰਸ਼ਿਪ ਦੇ। ਇੱਕ ਤਾਂ ਜਿਹੜਾ ਸਪਾਂਸਰ ਦੀ ਐਲੀਜੀਬਿਲਿਟੀ ਦਾ ਹਿੱਸਾ ਹੈ।
ਉਹਨਾਂ ਨੇ ਆਖਿਆ ਕਿ ਮੈਨੂੰ 6 ਮਹੀਨੇ ਪਹਿਲਾਂ ਉਹ ਚਿੱਠੀ ਆਈ ਹੈ ਕਿ ਮੈਂ ਸਪਾਂਸਰ ਦੀ ਐਲੀਜੀਬਿਲਿਟੀ ਪੂਰੀ ਕਰ ਚੁੱਕਿਆ। ਸੋ ਜੁਲਾਈ ਦੇ ਨੇੜੇ ਤੇੜੇ ਕਿਤੇ ਆਈ ਹੋਣੀ ਹੈ। ਉਸ ਤੋਂ ਬਾਅਦ ਉਹ ਜਿਹੜੀ ਫਾਈਲ ਹੈ ਉਹ ਨਵੀਂ ਦਿੱਲੀ ਟ੍ਰਾਂਸਫਰ ਹੋਈ ਹੈ। ਨਵੀਂ ਦਿੱਲੀ ਵਿੱਚ ਜਿਹੜੇ ਬੰਦੇ ਦੀ ਫਾਈਲ ਆ ਪਰਮਾਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਆ ਉਹਦਾ ਫੈਸਲਾ ਉੱਥੇ ਹੋਣਾ। ਸੋ ਟੈਕਨੀਕਲੀ ਇਹ ਜੂਨ ਜੁਲਾਈ 'ਚ ਗਈ ਹੈ। ਉਹ ਹਾਲੇ ਜਿਹੜੀਆਂ ਫਾਈਲਸ ਪ੍ਰੋਸੈਸ ਹੋ ਰਹੀਆਂ ਨੇ ਉਹ ਪਿਛਲੇ ਨਵੰਬਰ ਦਸੰਬਰ ਜਨਵਰੀ ਦੀਆਂ ਹੋ ਰਹੀਆਂ ਨੇ। ਸੋ ਇੰਨਾ ਵਕਤ ਹੈ ਜਿਹੜਾ ਉਹ ਲੱਗ ਰਿਹਾ ਹੈਗਾ। ਉਹ ਹਾਲੇ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ। ਪਰ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੇਸ ਦੇ ਵਿੱਚੋਂ ਕੋਈ ਸਰਕਮਸਟੈਂਸਸ ਨੇ ਜਿਹਦੇ ਕਰਕੇ ਡਿਲੇ ਹੋ ਰਹੀ ਹੈ, ਜੇ ਉਹਨਾਂ ਦਾ ਪਹਿਲਾਂ ਡਿਵੋਰਸ ਹੋਇਆ ਜਾਂ ਉਹ ਇੱਥੇ ਵਿਆਹ ਕਰਵਾ ਕੇ ਪਹਿਲਾਂ ਆਏ ਸੀ ਉਹ ਤੋਂ ਬਾਅਦ ਉਹਨਾਂ ਨੇ ਐਪਲੀਕੇਸ਼ਨ ਕੀਤੀ ਹੈ, ਤਾਂ ਉਹ ਜ਼ਰੂਰ ਸਾਡੇ ਆਫਿਸ ਨਾਲ ਸੰਪਰਕ ਕਰਨ। ਉਹ ਮੇਰੇ ਨਾਲ ਅਪਾਇੰਟਮੈਂਟ ਬਣਾ ਦੇਣਗੇ ਜੀ। ਉਹਨਾਂ ਨਾਲ ਵਿਚਾਰ ਕਰਕੇ ਫਿਰ ਅੱਗੇ ਗੱਲਬਾਤ ਕੀਤੀ ਜਾ ਸਕਦੀ ਹੈ। ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਅਵਤਾਰ ਸਿੰਘ ਬੋਲਦਾ ਜੀ, ਆਟਵਾ ਤੋਂ। ਮੇਰਾ ਸਵਾਲ ਇਹ ਸੀਗਾ ਕਿ ਮੈਂ ਆਪਣੇ ਮਦਰ ਐਂਡ ਫਾਦਰ ਦਾ ਵੀਜ਼ਾ ਅਪਲਾਈ ਕੀਤਾ ਸੀ, ਵਿਜ਼ਟਰ ਵੀਜ਼ਾ, 2 ਮਹੀਨੇ ਪਹਿਲਾਂ ਅੱਜ ਤੋਂ। ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ। ਮੈਂ ਪੁੱਛਣਾ ਸੀ ਕਿੰਨਾ ਟਾਈਮ ਲੱਗ ਰਿਹਾ ਵਿਜ਼ਟਰ ਵੀਜ਼ੇ ਦੇ? ਜੀ ਉਹਨਾਂ ਨੂੰ ਬਾਇਓਮੈਟ੍ਰਿਕਸ ਲਈ ਕਾਲ ਆ ਚੁੱਕਿਆ ਹੈਗਾ ਜੀ? ਬਾਇਓਮੈਟ੍ਰਿਕ ਉਹਨਾਂ ਦਾ ਹੋਇਆ ਪਹਿਲਾਂ ਰਿਜੈਕਸ਼ਨ ਆ ਗਈ ਸੀ ਸਾਲ ਪਹਿਲਾਂ, ਉਹਨਾਂ ਦਾ ਹੋਇਆ ਹੈ। ਹਾਂਜੀ, ਸੋ ਉਹ ਹੋਇਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਚਿੱਠੀ ਆਈ ਹੈਗੀ ਜਦੋਂ ਤੁਸੀਂ ਐਪਲੀਕੇਸ਼ਨ ਕੀਤੀ ਹੈ ਕਿ ਬਾਇਓਮੈਟ੍ਰਿਕਸ ਕਰਾਓ? ਨਹੀਂ, ਉਸ ਤੋਂ ਬਾਅਦ ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ। ਹਾਂਜੀ, ਤੋ ਜਿਹੜਾ ਯੂਜੂਅਲੀ ਕੀ ਹੁੰਦਾ ਜਦੋਂ ਆਪਾਂ ਐਪਲੀਕੇਸ਼ਨ ਕਰਦੇ ਹਾਂ, ਜੇ ਪਹਿਲਾਂ ਵੀ ਬਾਇਓਮੈਟ੍ਰਿਕਸ ਹੋਏ ਨੇ ਤਾਂ ਵੀ ਆਪਾਂ ਨੂੰ ਚਿੱਠੀ ਆਉਂਦੀ ਹੈਗੀ ਹੈ, ਪਰ ਆਪਾਂ ਦੱਸਦੇ ਹਾਂ ਕਿ ਮੇਰੇ ਬਾਇਓਮੈਟ੍ਰਿਕਸ ਹੋ ਚੁੱਕੇ ਨੇ। ਤੋ ਤੁਸੀਂ ਆਨਲਾਈਨ ਐਪਲੀਕੇਸ਼ਨ ਕੀਤਾ ਸੀ? ਹਾਂਜੀ, ਆਨਲਾਈਨ ਕੀਤਾ। ਖੁਦ ਐਪਲੀਕੇਸ਼ਨ ਕੀਤਾ ਸੀ ਜਾਂ ਕਿਸੇ ਦੀ ਮਦਦ ਲਈ ਸੀ? ਖੁਦ ਹੀ ਕੀਤਾ ਸੀਗਾ। ਤੇ ਤੁਹਾਨੂੰ ਜਿਹੜਾ ਐਕਨੋਲਜਮੈਂਟ ਹੈ ਉਹ ਆ ਗਿਆ ਸੀ ਕਿ ਤੁਹਾਡੀ ਅਰਜ਼ੀ ਦਾਖਲ ਹੋ ਚੁੱਕੀ ਹੈ? ਹਾਂਜੀ, ਉਹ ਆ ਗਏ ਸਨ। ਹਾਂਜੀ, ਕਰੀਬਨ ਜਿਹੜਾ ਹੁਣ ਜਿਹੜੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ ਉਹ ਸੈਪਟੈਂਬਰ ਅਕਤੂਬਰ ਦੀਆਂ ਹੋ ਰਹੀਆਂ ਨੇ। ਤੁਸੀਂ ਕਦੋਂ ਅਪਲਾਈ ਕੀਤਾ ਸੀਗਾ? ਅਸੀਂ 15 ਨਵੰਬਰ ਨੂੰ ਕੀਤਾ ਸੀ। ਹਾਂਜੀ, ਤਾਂ ਥੋੜਾ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ। ਸੋ ਜੇ ਤੁਹਾਡਾ ਮਾਰਚ ਤੱਕ ਨਹੀਂ ਆਉਂਦਾ ਤਾਂ ਜ਼ਰੂਰ ਸਾਡੇ ਆਫਿਸ ਨੂੰ ਤੁਸੀਂ ਕੰਟੈਕਟ ਕਰਿਓ ਜੀ, ਤੇ ਫਿਰ ਅੱਗੇ ਤੁਹਾਡੀ ਮਦਦ ਕਰ ਸਕਾਂਗੇ। ਥੈਂਕ ਯੂ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ। ਤੇ ਸਰ ਹੁਣ ਆਪਾਂ ਕਾਲਸ ਲਗਭਗ ਬੰਦ ਕਰ ਰਹੇ ਹਾਂ ਸੋ ਦੈਟ ਕਿ ਦਰਸ਼ਕਾਂ ਨੂੰ ਜਾਣਕਾਰੀ ਦੇ ਸਕੀਏ। ਇੱਕ ਦਰਸ਼ਕ ਦਾ ਸਵਾਲ ਜ਼ਰੂਰ ਸੀ ਜਿਹੜਾ ਮੈਂ ਤੁਹਾਨੂੰ ਪੁੱਛਿਆ ਸੀ ਕਿ ਆਟਵਾ ਵਿੱਚ ਐਪਲੀਕੇਸ਼ਨਸ ਜਿਹੜੀਆਂ ਸਲੋ ਹੋ ਰਹੀਆਂ ਨੇ ਜਦਕਿ ਵੈਨਕੂਵਰ 'ਚ ਫਾਸਟ ਹੋ ਰਹੀਆਂ ਨੇ, ਇਹਦਾ ਕੀ ਕਾਰਨ ਹੈ? ਇਹ ਇੱਕ ਦਫ਼ਤਰ ਇੱਕ ਮਾਮਲਾ ਹੈਂਡਲ ਨਹੀਂ ਕਰਦਾ ਜੀ। ਸੋ ਹਰੇਕ ਜਿਹੜਾ ਪ੍ਰੋਸੈਸਿੰਗ ਸੈਂਟਰ ਹੈ ਉਹਦੀਆਂ ਡਿਫਰੈਂਟ ਜ਼ਿੰਮੇਵਾਰੀਆਂ ਨੇ, ਡਿਫਰੈਂਟ ਕਿਸਮ ਦੀਆਂ ਅਰਜ਼ੀਆਂ ਉੱਥੇ ਜਿਹੜੀਆਂ ਪ੍ਰੋਸੈਸ ਹੋ ਰਹੀਆਂ ਨੇ। ਕਿਤੇ ਟੈਂਪਰੇਰੀ ਰੈਜ਼ੀਡੈਂਟ ਲਈ ਹੋ ਰਹੀਆਂ ਨੇ, ਕਿਤੇ ਪਰਮਾਨੈਂਟ ਰੈਜ਼ੀਡੈਂਸ ਲਈ ਹੋ ਰਹੀਆਂ ਨੇ, ਕਿਤੇ ਕਿੰਨੇ ਹੋਰ ਮਾਮਲੇ ਹੈਗੇ ਨੇ। ਸੋ ਉੱਥੇ ਕਿੰਨਾ ਡਿਪੈਂਡ ਕਰਦਾ ਸਰਕਮਸਟੈਂਸਸ ਦੇ ਉੱਤੇ ਕਿ ਕਿੱਥੇ ਲੋਕਡਾਊਨ ਹੈਗਾ, ਸੋ ਲੋਕ ਦਫ਼ਤਰ ਨਹੀਂ ਜਾ ਸਕਦੇ, ਕਿੰਨੇ ਲੋਕ ਦਫ਼ਤਰ ਆ ਰਹੇ ਨੇ, ਕਿੰਨੇ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੈਗੀ ਹੈ। ਉਹ ਲੋਟ ਆਫ ਸਰਕਮਸਟੈਂਸਸ ਨੇ। ਪਰ ਜਦੋਂ ਹੁਣ ਇਹ ਲੋਕਡਾਊਨ ਹਟਣਗੇ ਜਾਂ ਸਿਚੁਏਸ਼ਨ ਨਾਰਮਲਾਈਜ਼ ਹੋਊਗੀ, ਐਕਚੁਅਲ ਜਿਹੜਾ ਪ੍ਰੋਸੈਸਿੰਗ ਹੈ ਉਦੋਂ ਹੀ ਇਹ ਸਾਹਮਣੇ ਆਪਣੇ ਆਉਣੀ ਸ਼ੁਰੂ ਹੋਊਗੀ। ਬਿਲਕੁਲ ਸਰ, ਤੇ ਆਪਾਂ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦੇ ਦਈਏ ਕਿ ਜਿਨ੍ਹਾਂ ਦਾ ਇਸ ਵਕਤ ਸਟੇਟਸ ਐਕਸਪਾਇਰ ਹੋਣ ਵਾਲਾ ਹੈ ਤੇ ਉਹਨਾਂ ਲਈ ਸਰਕਾਰ ਨੇ ਕੁਝ ਨਵੇਂ ਐਲਾਨ ਕੀਤੇ। ਜੀ ਬਿਲਕੁਲ, ਜੇ ਤੁਹਾਡਾ ਸਟੇਟਸ 30 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋਇਆ ਜੀ, ਹੁਣ ਤੁਹਾਡੇ ਕੋਲੇ 31 ਮਈ 2021 ਤੱਕ ਦਾ ਟਾਈਮ ਹੈ ਉਹਨੂੰ ਰਿਸਟੋਰ ਕਰਾਉਣ ਲਈ। तो चाहे आ समय थोड़ी कोई भी अर्जी नहीं हुई तो भी थोड़े को 21 मई तक का समय, चाहे तुसी विजिटर हो, स्टूडेंट हो या वर्कर हो, थोड़े को 31 मई तक का टाइम है उन्होंने रिस्टोर कराने लई। ते दूजी जिहड़ी हैगी है चेंज हो 27 जनवरी तो अर्जियां खुलणगियां जी, जिथे कि जिहड़ा कोई पोस्ट ग्रैजुएट वर्क परमिट वाला इंडिविजुअल है जिहदा 30 जनवरी तो बाद एक्सपायर होया हुण उहदे कोल 27 जुलाई तक का टाइम है उन्होंने एक्सटेंड कराने लई ते उहनूं 18 महीने का जिहड़ा वाधू होर वर्क परमिट है वो मिल जाना। पर उहदे उत्ते सर्टन कंडीशनस ने ਜਿਹੜੇ ਜਦੋਂ ਅਰਜ਼ੀ ਅਪਲਾਈ ਕਰਨੀ ਹੈ ਤਾਂ 4 ਮਹੀਨੇ ਤੋਂ ਘੱਟ ਦਾ ਸਮਾਂ ਰਹਿੰਦਾ ਹੋਣਾ ਚਾਹੀਦਾ, ਜੇ ਵੱਧ ਰਹਿੰਦਾ ਫਿਰ ਤੁਸੀਂ ਅਪਲਾਈ ਨਹੀਂ ਕਰ ਸਕੋਗੇ। ਜੀ ਬਿਲਕੁਲ। ਤੇ ਸਰ ਜਿਹੜਾ ਤੁਸੀਂ ਵਰਕ ਪੋਸਟ ਐਂਡ ਵਰਕ ਪਰਮਿਟ ਲਈ ਕਿਹਾ ਸੀ ਕਿ ਲਗਭਗ 1.5 ਸਾਲ ਦਾ ਸਮਾਂ ਦਿੱਤਾ ਗਿਆ, ਕੀ ਇਹ ਸਾਰਿਆਂ ਨੂੰ ਇੱਕੋ ਹੀ ਸਮਾਂ ਦਿੱਤਾ ਗਿਆ ਕਿ ਜਿਵੇਂ ਕਿਸੇ ਨੇ ਡਿਪਲੋਮਾ ਕੀਤਾ ਜਾਂ ਡਿਗਰੀ ਕੀਤਾ ਉਹਨਾਂ ਨੂੰ ਅਲੱਗ-ਅਲੱਗ ਸਮਾਂ ਮਿਲੇਗਾ? ਇਹਦੀਆਂ ਮੋਡੈਲਿਟੀਜ਼ ਨੇ ਜਿਹੜੀਆਂ ਉਹ 27 ਜਨਵਰੀ ਤੋਂ ਬਾਅਦ ਆਉਣਗੀਆਂ ਜਿਹੜੀਆਂ ਕੰਪਲੀਟ ਨੇ, ਪਰ ਹਾਲੇ ਜਿਹੜੀਆਂ ਕੁਆਲੀਫਿਕੇਸ਼ਨਸ ਨੇ ਉਹ ਹੈ ਕਿ 30 ਜਨਵਰੀ ਤੋਂ ਬਾਅਦ ਐਕਸਪਾਇਰ ਹੋਣਾ ਚਾਹੀਦਾ, ਦੂਜਾ ਉਹਨੂੰ ਵੈਲਿਡ ਸਟੇਟਸ ਹੋਣਾ ਚਾਹੀਦਾ, 4 ਮਹੀਨੇ ਤੋਂ ਘੱਟ ਦਾ ਸਮਾਂ ਰਹਿੰਦਾ ਹੋਣਾ ਚਾਹੀਦਾ ਜਦੋਂ ਅਪਲਾਈ ਕਰਨਾ ਹੈ। ਤੇ ਜਿਹੜੀ ਬਾਕੀ ਜਾਣਕਾਰੀ ਹੈ ਉਹ 27 ਜਨਵਰੀ ਜਦੋਂ ਅਰਜ਼ੀਆਂ ਖੁੱਲਣਗੀਆਂ ਉਦੋਂ ਹੀ ਸਾਹਮਣੇ ਆਊਗੀ। ਬਿਲਕੁਲ। ਤੇ ਸਰ ਜਿਨ੍ਹਾਂ ਦਾ ਹੁਣ ਤੁਸੀਂ ਦੱਸ ਰਹੇ ਹੋ ਕਿ ਜਿਨ੍ਹਾਂ ਦਾ ਵੀਜ਼ਾ ਖਤਮ ਹੋਣ ਵਾਲਾ ਹੈ ਕਿ ਉਹ ਆਪਣਾ ਰਿਸਟੋਰ ਕਰ ਸਕਦੇ ਨੇ ਸਟੇਟਸ, ਕੀ ਇਹ ਖਤਮ ਹੋਣ ਵਾਲਿਆਂ ਦੀ ਹੈ ਕਿ ਜਿਨ੍ਹਾਂ ਦਾ ਖਤਮ ਹੋ ਚੁੱਕਿਆ ਉਹ ਵੀ ਇਹਦੇ ਲਈ ਅਪਲਾਈ ਕਰ ਸਕਦੇ ਆ? ਜਿਨ੍ਹਾਂ ਦਾ ਖਤਮ ਵੀ ਹੋ ਚੁੱਕਿਆ 30 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋ ਚੁੱਕਿਆ, ਅਗਰ ਤੁਸੀਂ ਕੋਈ ਅਰਜ਼ੀ ਨਹੀਂ ਕੀਤੀ ਤਾਂ ਵੀ ਤੁਸੀਂ ਕਰ ਸਕਦੇ ਹੋ। ਸੋ ਇੱਕ ਜਨਰਲ ਐਮਨੈਸਟੀ ਹੈ ਤਾਂ ਕਿ ਲੋਕ ਆਪਣੇ ਸਟੇਟਸ ਨੂੰ ਬਹਾਲ ਕਰ ਸਕਣ, ਤਾਂ ਜੇ ਕੋਵਿਡ ਦਾ ਕੋਈ ਜੇ ਉਹਨਾਂ ਤੇ ਬਹਾਲੀ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਤਾਂ ਉਹਨੂੰ ਬਚ ਸਕਣ।
ਬਿਲਕੁਲ ਜੀ, ਤੇ ਸਰ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ? ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਜੀ, ਇਮੀਗ੍ਰੇਸ਼ਨ ਲਾਅ ਹੈਗਾ, ਸੋ ਇਹਦੇ 'ਚ ਜੇ ਤੁਹਾਨੂੰ ਕਾਨੂੰਨ ਦੀ ਪੂਰੀ ਜਾਣਕਾਰੀ ਨਹੀਂ ਹੈਗੀ ਤਾਂ ਇਹ ਮਾਮਲੇ ਨੂੰ ਆਪਣੇ ਹੱਥ 'ਚ ਨਾ ਲਿਆ ਕਰੋ। ਆਲਵੇਜ਼ ਕਾਨੂੰਨ ਦੇ ਜਾਣਕਾਰ ਤੋਂ ਹੀ ਸਲਾਹ ਲੈ ਕੇ ਅੱਗੇ ਆਪਣਾ ਕੰਮ ਕਰਿਆ ਕਰੇ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਜਿਹੜੇ ਨਵੇਂ ਇਸ ਵਕਤ ਲਾਅ ਆਏ ਨੇ ਉਹਦੇ ਬਾਰੇ ਤੁਸੀਂ ਜਾਣਕਾਰੀ ਦਿੱਤੀ ਹੈ, ਸ਼ੁਕਰੀਆ। ਸੋ ਇਹ ਸੀ ਜੀ ਲੇਟੈਸਟ ਅਪਡੇਸ਼ਨ ਕੈਨੇਡੀਅਨ ਇਮੀਗ੍ਰੇਸ਼ਨ ਉੱਤੇ। ਤੁਸੀਂ ਜਾਣਦੇ ਹੋ ਕਿ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਭਰੋਸੇਮੰਦ ਕੰਸਲਟੈਂਟ ਨੂੰ ਆਪਣੇ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰੀਏ। ਸੋ ਮਿਸਟਰ ਖਹਿਰਾ ਨੂੰ ਤੁਹਾਡਾ ਕੋਈ ਵੀ ਹੋਰ ਸਵਾਲ ਹੈ, ਸਾਨੂੰ ਅਜੇ ਵੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਅਸੀਂ ਮੁਆਫੀ ਚਾਹਾਂਗੇ, ਸਮਾਂ ਘੱਟ ਹੋਣ ਦੇ ਚੱਲਦੇ ਅਸੀਂ ਨਹੀਂ ਲੈ ਪਾ ਰਹੇ ਹੁਣ ਹੋਰ ਕਾਲਸ। ਤੇ ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਮਿਸਟਰ ਖਹਿਰਾ ਦੇ ਨੰਬਰ ਅਸੀਂ ਪ੍ਰੋਵਾਈਡ ਕਰਵਾ ਦਿੱਤੇ ਨੇ, ਸੋ ਉੱਥੇ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਦੇ ਆਫਿਸਿਸ ਦੇ ਵਿੱਚ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।